Hello, dear aspirants. I welcome you all in this beautiful platform of Burma Academy. So, as you all know, ਅੱਜ ਆਪਣੀ ਇੰਗਲਿਸ਼ ਦੀ 3rd ਕਲਾਸ ਹੈ ਜੀ ਤਾਂ ਆਪਣੀਆਂ ਪਹਿਲੀਆਂ ਦੋ ਕਲਾਸਿਸ ਦੇ ਵਿੱਚ ਆਪਾਂ ਨਾਉਨ ਦੇ ਜਿਹੜੇ ਕਨਸੈਪਟ ਸੀ ਉਹ ਡਿਸਕਸ ਕੀਤੇ ਸੀ ਨਾਉਨ ਦੇ ਬੇਸਿਕ ਕਨਸੈਪਟ ਹੈ ਜਿਹੜੇ ਆਪਾਂ ਡਿਸਕਸ ਕਰ ਚੁੱਕੇ ਹਾਂ ਤੇ ਅੱਜ ਦੀ ਜਿਹੜੀ ਆਪਣੀ 3rd ਕਲਾਸ ਹੈ ਇਹਦੇ ਵਿੱਚ ਵੀ ਆਪਾਂ ਨਾਉਨ ਅੱਗੇ ਪ੍ਰੋਸੀਡ ਕਰਾਂਗੇ ਤੇ ਕੁਝ ਕੁ ਨਵੇਂ ਕਨਸੈਪਟ ਹੈ ਜਿਹੜੇ ਸਿੱਖਾਂਗੇ ਆਈ ਹੋਪ ਤੁਸੀਂ ਪਿਛਲੀਆਂ ਜਿਹੜੀਆਂ ਦੋ ਕਲਾਸਾਂ ਸੀਗੀਆਂ ਉਹ ਅਟੈਂਡ ਕਰ ਲਈਆਂ ਹੋਣਗੀਆਂ ਤੇ ਤੁਹਾਨੂੰ ਉਹਨਾਂ ਦੇ ਵਿੱਚ ਕੋਈ ਡਾਊਟ ਨਹੀਂ ਹੋਣਾ ਸਾਰੇ ਕਨਸੈਪਟ ਤੁਹਾਡੇ ਕਲੀਅਰ ਹੋ ਗਏ ਹੋਣਗੇ ਹਾਂਜੀ ਤਾਂ ਅੱਜ ਆਪਾਂ ਡਿਸਕਸ ਕਰਾਂਗੇ ਅਗੇਨ ਨਾਉਨ ਦਾ ਟੌਪਿਕ ਤੇ ਨਾਉਨ ਦੇ ਵਿੱਚ ਤੁਹਾਡਾ ਜਿਹੜਾ ਪਹਿਲਾ ਕਨਸੈਪਟ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਹਾਂਜੀ ਤਾਂ ਕਨਸੈਪਟ ਕੀ ਹੈ ਸਕਰੀਨ ਤੇ ਤੁਹਾਨੂੰ ਕੁਝ ਕੁ ਵਰਡ ਦਿਖ ਰਹੇ ਆ ਜਿਵੇਂ ਨਾਉਨ ਹੋ ਗਿਆ ਪ੍ਰੈਪੋਜੀਸ਼ਨ ਹੋ ਗਿਆ ਨਾਉਨ ਹੋ ਗਿਆ ਅਗੇਨ ਆਪਾਂ ਇੱਕ ਤੀਰ ਜੇ ਲਾ ਕੇ ਲਿਖਿਆ ਹੋਇਆ ਸਿੰਗੂਲਰ ਨਾਉਨ ਤੁਸੀਂ ਸੋਚ ਰਹੇ ਹੋਗੇ ਵੀ ਇਹ ਕੀ ਚੀਜ਼ ਹੈ ਇਹ ਹੈ ਜੀ ਇੱਕ ਸੈਂਟੈਂਸ ਦੀ ਸਟਰਕਚਰ ਕੀ ਹੈ ਜੀ ਇੱਕ ਸਟਰਕਚਰ ਹੈ ਕਾਦੀ ਸੈਂਟੈਂਸ ਦੀ ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਕਿ ਫਰੇਜ਼ ਦੀ ਸਟਰਕਚਰ ਮਤਲਬ ਕੀ ਹੋਇਆ ਜੇ ਤੁਹਾਡੇ ਕੋਲੇ ਕੋਈ ਸੈਂਟੈਂਸ ਹੈ ਤੇ ਉਹਦੇ ਵਿੱਚ ਤੁਹਾਨੂੰ ਇਹ ਵਾਲੀ ਸਟਰਕਚਰ ਦੇਖਣ ਨੂੰ ਮਿਲਦੀ ਹੈ ਨਾਉਨ ਦਾ ਯੂਜ਼ ਕੀਤਾ ਹੋਇਆ ਦੈਨ ਪ੍ਰੈਪੋਜੀਸ਼ਨ ਯੂਜ਼ ਹੈ ਇਸ ਤੋਂ ਬਾਅਦ ਫਿਰ ਤੋਂ ਨਾਉਨ ਯੂਜ਼ ਕੀਤਾ ਹੋਇਆ ਹੈ ਤਾਂ ਤੁਸੀਂ ਕੀ ਯੂਜ਼ ਕਰੋਗੇ ਜਿਹੜੇ ਇਹ ਦੋਨੋਂ ਨਾਉਨ ਹੋਣਗੇ ਸਿੰਗੂਲਰ ਫਾਰਮ ਦੇ ਵਿੱਚ ਜਿਹੜੇ ਤੁਸੀਂ ਯੂਜ਼ ਕਰਨੇ ਆ ਆਪਾਂ ਐਗਜ਼ਾਮਪਲ ਲੈਣੇ ਆ ਫੋਰ ਐਗਜ਼ਾਮਪਲ ਤੁਹਾਡੇ ਕੋਲੇ ਮੈਂ ਇੱਕ ਵਰਡ ਲਿਖਤਾ ਡੋਰ ਟੂ ਡੋ ਹੁਣ ਤੁਸੀਂ ਦੇਖੋ ਇੱਥੇ ਨਾਉਨ ਕਿਹੜਾ ਨਾਉਨ ਹੈ ਇੱਥੇ ਨਾਉਨ ਹੈ ਆਪਣੇ ਕੋਲੇ ਡੋ ਅਗੇਨ ਆਪਣੇ ਕੋਲੇ ਜਿਹੜਾ ਟੂ ਵਰਡ ਹੈ ਉਹ ਕੀ ਇੱਥੇ ਇੱਕ ਪ੍ਰੈਪੋਜੀਸ਼ਨ ਦਾ ਕੰਮ ਹੈ ਕਰ ਰਿਹਾ ਅੱਗੇ ਹੈਗਾ ਆਪਣੇ ਕੋਲੇ ਅਗੇਨ ਇੱਕ ਵਰਡ ਦੈਟ ਇਜ਼ ਡੋਰ ਤਾਂ ਹੁਣ ਇੱਕ ਚੀਜ਼ ਅਗੇਨ ਨੋਟ ਕਰਨੀ ਹੈ ਤੁਸੀਂ ਕਿ ਜਿਹੜਾ ਵਰਡ ਆਪਣੇ ਕੋਲੇ ਇੱਥੇ ਯੂਜ਼ ਹੋਊਗਾ ਨਾਉਨ ਫਾਰਮ ਜਿਹੜੀ ਤੁਸੀਂ ਇੱਥੇ ਯੂਜ਼ ਕਰ ਰਹੇ ਹੋ ਉਹੀ ਨਾਉਨ ਹੈ ਜਿਹੜਾ ਤੁਹਾਡਾ ਇੱਥੇ ਯੂਜ਼ ਹੋਣਾ ਚਾਹੀਦਾ ਹੈ ਮਤਲਬ ਜਿਹੜੇ ਨਾਉਨ ਹੋਣਗੇ ਦੋਨੋਂ ਕੀ ਹੋਣੇ ਚਾਹੀਦੇ ਆ ਸੇਮ ਹੋਣੇ ਚਾਹੀਦੇ ਨਾउन ਸੇਮ ਹੋਣ ਤੇ ਜੁਆਇਨ ਕੀਤੇ ਹੋਏ ਹੋਣ ਤੁਹਾਡੇ ਕੋਲੇ ਪ੍ਰੈਪੋਜੀਸ਼ਨ ਦੇ ਨਾਲ ਤਾਂ ਤੁਸੀਂ ਕੀ ਕਰੋਗੇ ਉਹਨਾਂ ਨੂੰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰੋਗੇ ਫੋਰ ਐਗਜ਼ਾਮਪਲ ਮੈਂ ਇੱਥੇ ਯੂਜ਼ ਕੀਤਾ ਡੋਰ ਕੀ ਹੈ ਇੱਕ ਸਿੰਗੂਲਰ ਵਰਡ ਹੈ ਕਿਉਂਕਿ ਡੋਰਸ ਦਾ ਆਪਣਾ ਉਹਦਾ ਪਲੂਰਲ ਵਰਡ ਹੋ ਗਿਆ ਆਪਾਂ ਕੀ ਕੀਤਾ ਸਿੰਗੂਲਰ ਵਰਡ ਦਾ ਯੂਜ਼ ਕੀਤਾ ਹੈ ਡੋਰ ਦੈਨ ਪ੍ਰੈਪੋਜੀਸ਼ਨ ਅਗੇਨ ਆਪਾਂ ਡੋਰ ਵਰਡ ਯੂਜ਼ ਕੀਤਾ ਹੈ ਜੋ ਕਿ ਇੱਕ ਸਿੰਗੂਲਰ ਨਾउन ਹੈ ਹਾਂਜੀ ਤਾਂ ਹੁਣ ਡੋਰ ਟੂ ਡੋਰ ਕੀ ਬਣ ਗਿਆ ਆਪਣੇ ਕੋਲੇ ਸਟਰਕਚਰ ਫੋਲੋ ਹੋ ਗਈ ਆਪਾਂ ਕੀ ਯੂਜ਼ ਕੀਤਾ ਨਾउ preposition again now door now to preposition again word ਹੈ ਜਿਹੜਾ ਆਪਣੇ ਕੋਲ door noun ਹੈ ਤੇ ਦੋਨੋਂ noun ਹੈ ਜਿਹੜੇ ਸੇਮ ਹੋਣੇ ਚਾਹੀਦੇ ਆ ਸੈਕਿੰਡ ਉਹ ਜੁਆਇਨ ਕੀਤੇ ਹੋਣ preposition ਦੇ ਨਾਲ ਤੁਸੀਂ ਸਟਰਕਚਰ ਨੂੰ ਫੋਲੋ ਕਰਾਉਣਾ ਹੈ ਕਿ ਤੁਹਾਡੇ ਕੋਲ ਜਿਹੜੇ ਦੋਨੋਂ noun ਹੋਣਗੇ ਉਹ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤੇ ਜਾਣਗੇ ਹਾਂਜੀ ਤਾਂ ਹੁਣ ਹੈ ਤੁਹਾਡੇ ਕੋਲੇ ਪ੍ਰੈਕਟਿਸ ਕੁਐਸਚਨ ਹਾਂਜੀ ਫਰਸਟ ਕੁਐਸਚਨ ਜਿਵੇਂ ਤੁਹਾਨੂੰ ਸਕਰੀਨ ਤੇ ਫਰਸਟ ਕੁਐਸਚਨ ਦਿਖ ਰਿਹਾ ਤਾਂ ਹੁਣ ਸਟਰਕਚਰ ਆਪਾਂ ਪਹਿਲਾਂ ਕਰ ਲਈ ਤਾਂ ਹੁਣ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਤੁਸੀਂ ਕਰਨੀ ਹੈ ਤਾਂ ਅਗੇਨ ਤੁਹਾਡੇ ਕੋਲੇ ਹੈਗੇ ਚਾਰ ਪਾਰਟ A ਪਾਰਟ B ਪਾਰਟ C ਪਾਰਟ ਐਂਡ D ਪਾਰਟ ਹੈਗਾ ਤੁਹਾਡਾ ਨੋ ਐਰਰ ਵਾਲਾ ਚੈੱਕ ਕਰੋਗੇ ਜਿਹੜੇ ਪਾਰਟ ਦੇ ਵਿੱਚ ਐਰਰ ਆ ਉਹਨੂੰ ਟਿਕ ਕਰ ਦੋਗੇ ਤੇ ਉਹਦੇ ਵਿੱਚ ਕਰੋਗੇ ਤੁਸੀਂ ਕਰੈਕਸ਼ਨ ਹਾਂਜੀ ਤਾਂ ਚੈੱਕ ਕਰੋ ਕੁਐਸਚਨ Towns after towns was destroyed in the battle ਹਾਂਜੀ ਕੀ ਐਰਰ ਹੈ ਇਸ ਵਾਲੇ ਕੁਐਸਚਨ ਦੇ ਵਿੱਚ ਤਾਂ ਤੁਸੀਂ ਚੈੱਕ ਕੀਤੀ ਹੈ ਸਟਰਕਚਰ ਪਿੱਛੇ ਕਿ ਨਾਉ ਤੋਂ ਬਾਅਦ ਜੇ ਤੁਹਾਡੇ ਕੋਲ ਯੂਜ਼ ਕੀਤੀ ਹੋਈ ਹੈ ਪ੍ਰੈਪੋਜੀਸ਼ਨ ਤੇ ਅਗੇਨ ਯੂਜ਼ ਕੀਤਾ ਹੋਇਆ ਨਾਉਨ ਦਾ ਤਾਂ ਤੁਸੀਂ ਜਿਹੜੇ ਨਾਉਨ ਯੂਜ਼ ਕਰੋਗੇ ਉਹ ਕੀ ਹੋਣਗੇ ਤੁਹਾਡੇ ਕੋਲੇ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤੇ ਹੋਏ ਹੋਣਗੇ ਸੈਕੰਡ ਚੀਜ਼ ਆਪਾਂ ਕੀਤੀ ਹੈ ਜਿਹੜੇ ਨਾਉਨ ਹੋਣਗੇ ਉਹ ਸੇਮ ਹੋਣੇ ਚਾਹੀਦੇ ਹਾਂਜੀ ਤਾਂ ਹੁਣ ਇੱਥੇ ਤੁਹਾਡੇ ਕੋਲੇ ਵਰਡ ਹੈ ਟਾਊਨ ਟਾਊਨਸ ਤੇ ਅਗੇਨ ਆਪਣੇ ਕੋਲੇ ਵਰਡ ਹੈ ਟਾਊਨਸ ਮਤਲਬ ਇਹ ਵੀ ਨਾਉਨ ਹੋ ਗਿਆ ਇਹ ਵੀ ਇੱਕ ਨਾਉਨ ਹੈ ਤੇ ਅਗੇਨ ਆਪਣੇ ਕੋਲੇ ਜੁਆਇਨ ਕੀਤਾ ਹੋਇਆ ਹੈ ਇੱਕ ਪ੍ਰੈਪੋਜੀਸ਼ਨ ਦੇ ਨਾਲ ਤੇ ਇੱਥੇ ਪ੍ਰੈਪੋਜੀਸ਼ਨ ਕੀ ਹੈ ਜੀ ਤੁਹਾਡੇ ਕੋਲੇ ਆਫਟਰ ਜਿਹੜੀ ਹੈਗੀ ਆਪਾਂ ਯੂਜ਼ ਕੀਤੀ ਹੈ ਤਾਂ ਆਪਣੇ ਕੋਲੇ ਹੈ ਕਿ ਸਟਰਕਚਰ ਦੇ ਵਿੱਚ ਕਿ ਦੋਨੋਂ ਨਾਉਨ ਹੋਣੇ ਚਾਹੀਦੇ ਸਿੰਗੂਲਰ ਫਾਰਮ ਦੇ ਵਿੱਚ ਇੱਥੇ ਯੂਜ਼ ਕੀਤੇ ਹੋਇਆ ਪਲੂਰਲ ਦੇ ਵਿੱਚ ਤੁਸੀਂ ਕਰੋਗੇ ਨਾ ਸਿੰਗੂਲਰ ਤਾਂ ਤੁਹਾਡੇ ਕੋਲੇ ਸੈਂਟੈਂਸ ਆ ਜਿਹੜਾ ਸਹੀ ਹੋ ਜਾਏਗਾ ਤਾਂ ਇਹ ਪਾਰਟ ਦੇ ਵਿੱਚ ਐਰਰ ਸੀ ਸਟਰਕਚਰ ਦੇ ਵਿੱਚ ਕੀ ਐਰਰ ਬਣੀ ਤਾਂ ਤੁਸੀਂ ਯੂਜ਼ ਕਰੋਗੇ ਸਿੰਗੂਲਰ ਨਾਉਨ ਪ੍ਰੈਪੋਜੀਸ਼ਨ ਅਗੇਨ ਸਿੰਗੂਲਰ ਨਾਉਨ ਅੱਗੇ ਤੁਹਾਡਾ ਸੈਂਟੈਂਸ ਐਜ਼ ਇਟ ਇਜ਼ ਜਿਵੇਂ ਤੁਸੀਂ ਯੂਜ਼ ਕਰ ਰਹੇ ਹੋ ਉਵੇਂ ਹੀ ਹੋਏਗਾ ਹਾਂਜੀ ਸਟਰਕਚਰ ਤੁਸੀਂ ਯੂਜ਼ ਕਰਨੀ ਹੈ ਸਿੰਗੂਲਰ ਨਾਉਨਸ ਯੂਜ਼ ਕਰਨੇ ਹੈ ਜੇ ਤੁਹਾਡੇ ਕੋਲੇ ਇਹ ਵਾਲੀ ਸਟਰਕਚਰ ਤੁਹਾਨੂੰ ਸੈਂਟੈਂਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਤਾਂ ਯੂਜ਼ ਹੋਊਗਾ ਟਾਊਨ ਆਫਟਰ ਟਾਊਨ was destroyed in the battle clear ਹੈ ਹਾਂਜੀ ਤਾਂ ਅੱਗੇ ਹੈਗਾ ਤੁਹਾਡੇ ਕੋਲੇ ਸੈਕੰਡ ਨੰਬਰ ਕੁਐਸਚਨ the wounded soldier toppled down time after times ਅਗੇਨ ਆਪਣੇ ਕੋਲੇ ਵੀ ਵਾਲੀ ਸਟਰਕਚਰ ਜਿਹੜੀ ਆਪਾਂ ਪਿੱਛੇ ਡਿਸਕਸ ਕੀਤੀ ਹੈ ਨਾਉਨ ਪ੍ਰੈਪੋਜੀਸ਼ਨ ਨਾਉਨ ਨਾਉਨ ਦੋਨੋਂ ਸੇਮ ਹੋਣੇ ਚਾਹੀਦੇ ਆ ਸੈਕੰਡ ਚੀਜ਼ ਉਹ ਦੋਨੇ ਹੋਣੇ ਕੀ ਚਾਹੀਦੇ ਆ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਹੋਣੇ ਚਾਹੀਦੇ ਤਾਂ ਹੁਣ ਚੈੱਕ ਕਰੋ ਇੱਥੇ ਕੋਈ ਸਟਰਕਚਰ ਉਹ ਵਾਲੀ ਹੈਗੀ ਹੈ ਤਾਂ ਹਾਂਜੀ ਮੈਨੂੰ ਮਿਲ ਗਈ ਇਹ ਵਾਲੀ ਹੈ ਟਾਈਮ ਕੀ ਹੈ ਇੱਥੇ ਨਾਉਨ ਵਰਡ ਯੂਜ਼ ਕੀਤਾ ਹੋਇਆ ਹੈ ਆਫਟਰ ਪ੍ਰੈਪੋਜੀਸ਼ਨ ਹੈ ਤੇ ਅਗੇਨ ਆਪਣੇ ਕੋਲੇ ਵਰਡ ਯੂਜ਼ ਕੀਤਾ ਹੈ ਟਾਈਮਸ ਤਾਂ ਇਹ ਵੀ ਕੀ ਆ ਗਿਆ ਆਪਣੇ ਕੋਲੇ ਨਾਉਨ ਆ ਗਿਆ ਤਾਂ ਹੁਣ ਆਪਾਂ ਟਾਈਮ ਟਾਈਮ ਵਰਡ ਆਪਾਂ ਕਿੱਥੇ ਜੇ ਕੀਤਾ ਸੀ ਆਪਣੀ ਫਰਸਟ ਕਲਾਸ
ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਟਾਈਮ ਇੱਕ ਅਨਕਾਊਂਟੇਬਲ ਨਾउन ਹੈ। ਟਾਈਮ ਕੀ ਹੈ? ਇੱਕ ਅਨਕਾਊਂਟੇਬਲ ਨਾउन ਹੈ ਇਟ ਮੀਨਸ ਤੁਸੀਂ ਇੱਥੇ ਸਟਰਕਚਰ ਦੇ ਵਿੱਚ ਯੂਜ਼ ਕਰ ਰਹੇ ਹੋ ਤਾਂ ਆਪਣੇ ਕੋਲੇ ਕੀ ਸਟਰਕਚਰ ਬਣ ਗਈ ਨਾउन ਪ੍ਰੈਪੋਜੀਸ਼ਨ ਨਾउन ਤੇ ਨਾउन ਹੋਣੇ ਚਾਹੀਦੇ ਆ ਸਿੰਗੂਲਰ ਫਾਰਮ ਦੇ ਵਿੱਚ ਟਾਈਮ ਸਿੰਗੂਲਰ ਫਾਰਮ ਹੈ ਸਹੀ ਹੈ ਆਫਟਰ ਪ੍ਰੈਪੋਜੀਸ਼ਨ ਦਾ ਯੂਜ਼ ਕੀਤਾ ਹੋਇਆ ਓਕੇ ਦੈਨ ਆਪਣੇ ਕੋਲੇ ਜਿਹੜਾ ਨਾउन ਯੂਜ਼ ਕੀਤਾ ਹੋਇਆ ਪਲੂਰਲ ਫਾਰਮ ਦੇ ਵਿੱਚ ਉਹ ਵਾਲੀ ਚੀਜ਼ ਆਪਣੀ ਹੋ ਗਈ ਰੋਂਗ ਤਾਂ ਤੁਸੀਂ ਕਰੋਗੇ ਸੀ ਪਾਰਟ ਦੇ ਵਿੱਚ ਐਰਰ ਤੇ ਐਰਰ ਦੀ ਕਰੈਕਸ਼ਨ ਕੀ ਹੈ ਤੁਸੀਂ ਯੂਜ਼ ਕਰੋਗੇ ਟਾਈਮ ਆਫਟਰ ਟਾਈਮ ਟਾਈਮਸ ਵਰਡ ਹੈ ਜਿਹੜਾ ਇੱਥੇ ਯੂਜ਼ ਨਹੀਂ ਹੋਏਗਾ ਸਿੰਗੂਲਰ ਫਾਰਮ ਹੈ ਜਿਹੜੀ ਤੁਸੀਂ ਇੱਥੇ ਯੂਜ਼ ਕਰਨੀ ਹੈ ਕਲੀਅਰ ਹੈ ਹਾਂਜੀ ਤਾਂ ਅੱਗੇ ਆਪਾਂ ਕੁਝ ਕੁ ਜਿਹੜੇ ਆਪਣੇ ਨਾउन ਡਿਸਕਸ ਕਰਨੇ ਆ ਉਹਨਾਂ ਦੀਆਂ ਸਿੰਗੂਲਰ ਫਾਰਮਸ ਪਲੱਸ ਉਹਨਾਂ ਦੀਆਂ ਪਲੂਰਲ ਫਾਰਮਸ ਤਾਂ ਤੁਹਾਨੂੰ ਸੈਂਟੈਂਸਸ ਦੇ ਆਪਣੇ ਕੋਲੇ ਵਰਡਸ ਆ ਜਿਹੜੇ ਦਿਖ ਰਹੇ ਆ ਉਹਨਾਂ ਦੀਆਂ ਸਿੰਗੂਲਰ ਫਾਰਮਸ ਦਿਖ ਰਹੀਆਂ ਹੋਣਗੀਆਂ ਤੇ ਪਲੂਰਲ ਫਾਰਮਾਂ ਜਿਹੜੀਆਂ ਤੁਸੀਂ ਇੱਥੇ ਦੇਖ ਸਕਦੇ ਹੋ ਹਾਂਜੀ ਦਾ ਫਰਸਟ ਵਰਡ ਹੈ ਤੁਹਾਡੇ ਕੋਲੇ ਚਾਈਲਡ ਇਹ ਸਾਰੇ ਆਪਾਂ ਸਿੰਗੂਲਰ ਤੇ ਪਲੂਰਲ ਫਾਰਮ ਦੇ ਵਿੱਚ ਕਨਵਰਟ ਕਰਨੇ ਸਿੰਗੂਲਰ ਹੈ ਚਾਈਲਡ ਚਾਈਲਡ ਯੂਜ਼ ਕੀਤਾ ਜਾਂਦਾ ਫॉर ਇੱਕ ਜੇ ਆਪਣੇ ਕੋਲ ਇੱਕ ਬੱਚੇ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਸਿੰਪਲ ਵਰਡ ਯੂਜ਼ ਕਰ ਲੈਣੇ ਆ ਅ ਚਾਈਲਡ ਤਾਂ ਚਾਈਲਡ ਵਰਡ ਹੈ ਜਿਹੜਾ ਉਹ ਸਿੰਗੂਲਰ ਹੈ ਜੇ ਉਸੇ ਨੂੰ ਹੀ ਆਪਾਂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਨਾ ਹੈ ਤਾਂ ਆਪਾਂ ਯੂਜ਼ ਕਰਾਂਗੇ ਚਿਲਡਰਨ ਦਾ ਤਾਂ ਫਿਰ ਵਨ ਚਿਲਡਰਨ ਨਹੀਂ ਹੁੰਦਾ ਆਪਣੇ ਕੋਲੇ ਕਈ ਵਾਰ ਸੈਂਟੈਂਸ ਦੇ ਵਿੱਚ ਵਰਡ ਯੂਜ਼ ਆਇਆ ਹੁੰਦਾ ਹੈ ਵਨ ਚਿਲਡਰਨ ਇਹ ਵਾਲੀ ਚੀਜ਼ ਹੈ ਜਿਹੜੀ ਆਪਣੀ ਰੋਂਗ ਹੈ ਬਿਕਾਜ਼ ਚਿਲਡਰਨ ਕੀ ਹੈ ਇੱਕ ਪਲੂਰਲ ਵਰਡ ਹੈ ਤੇ ਤੁਸੀਂ ਇਹਦੇ ਨਾਲ ਵਨ ਵਰਡ ਯੂਜ਼ ਨਹੀਂ ਕਰੋਗੇ ਤੁਸੀਂ ਵਨ ਚਾਈਲਡ ਹੀ ਕਹਿ ਸਕਦੇ ਹੋ ਵਨ ਚਾਈਲਡ ਵਰਡ ਹੈ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਹੈ ਜਿਹੜਾ ਆਪਣਾ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ ਬਟ ਵਨ ਚਿਲਡਰਨ ਇਹ ਕੀ ਹੋ ਜਾਊਗਾ ਆਪਣਾ ਰੋਂਗ ਹੋ ਜਾਏਗਾ ਚਿਲਡਰਨ ਦਾ ਯੂਜ਼ ਕੀਤਾ ਜਾਂਦਾ ਜਦੋਂ ਬੱਚੇ ਆ ਜਿਹੜੇ ਜ਼ਿਆਦਾ ਹੁਣ ਮਤਲਬ ਇੱਕ ਤੋਂ ਜ਼ਿਆਦਾ ਬੱਚਿਆਂ ਵਾਸਤੇ ਆਪਾਂ ਜਿਹੜਾ ਵਰਡ ਯੂਜ਼ ਕਰਦੇ ਹਾਂ ਉਹਦਾ ਚਿਲਡਰਨ ਨੈਕਸਟ ਹੈਗਾ ਤੁਹਾਡੇ ਕੋਲੇ ਵਰਡ ਆਕਸ ਦਾ ਮੀਨਿੰਗ ਤੁਹਾਨੂੰ ਪਤਾ ਹੋਣਾ ਜੀ ਇਹਦਾ ਮਤਲਬ ਹੁੰਦਾ ਹੈ ਬਲਦ ਤਾਂ ਹੁਣ ਇਹਦਾ ਪਲੂਰਲ ਵਰਡ ਹੈ ਤੁਹਾਡੇ ਕੋਲੇ ਆਕਸਨ ਕੀ ਹੈ ਜੀ ਆਕਸਨ ਤਾਂ ਆਕਸਨ ਵਰਡ ਹੈ ਜਿਹੜਾ ਨਹੀਂ ਹੁੰਦਾ ਆਕਸ ਦਾ ਪਲੂਰਲ ਹੁੰਦਾ ਹੈ ਆਕਸਨ ਅੱਗੇ ਤੁਹਾਡੇ ਕੋਲੇ ਵਰਡ ਸਿਲੇਬਸ ਆਪਾਂ ਸਿਲੇਬਸ ਬਹੁਤ ਕਰਦੇ ਆ ਤਾਂ ਸਿਲੇਬਸ ਕੀ ਹੈ ਇੱਕ ਸਿੰਗੂਲਰ ਨਾउन ਹੈ ਸਿੰਗੂਲਰ ਨਾउन ਹੈ ਇਟ ਮੀਨਸ ਐਸੇ ਦਾ ਤੁਸੀਂ ਪਲੂਰਲ ਬਣਾਓਗੇ ਤਾਂ ਤੁਸੀਂ ਯੂਜ਼ ਕਰੋਗੇ ਸਲੇਬੀ ਕੀ ਹੁੰਦਾ ਜੀ ਸਲੇਬੀ ਇਹਦਾ ਕੀ ਹੈ ਪਲੂਰਲ ਨਾउन ਹੈ ਨੈਕਸਟ ਵਰਡ ਹੈ ਤੁਹਾਡੇ ਕੋਲੇ ਰੇਡੀਅਸ ਰੇਡੀਅਸ ਤੁਹਾਨੂੰ ਪਤਾ ਹੋਣਾ ਹੈ ਹਾਂਜੀ ਤਾਂ ਆਪਾਂ ਇੱਕ ਵਾਰ ਦੇਖ ਵੀ ਲੈਣੇ ਆ ਰੇਡੀਅਸ ਕੀ ਚੀਜ਼ ਹੈ ਹਾਂਜੀ ਤਾਂ ਦੇਖਦੇ ਆਪਾਂ ਰੇਡੀਅਸ ਤਾਂ ਇਹ ਆਪਣੇ ਕੋਲ ਇੱਕ ਸਰਕਲ ਇਹ ਹੈ ਉਹਦਾ ਸੈਂਟਰ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹੁੰਦੇ ਆ ਕੇਂਦਰ ਤੇ ਇਹਨੂੰ ਜਦੋਂ ਆਪਾਂ ਮਿਲਾ ਦਿੰਦੇ ਆ ਇਹਦੇ ਘੇਰੇ ਦੇ ਨਾਲ ਮਤਲਬ ਕਿ ਸਰਕਮਫੇਰੈਂਸ ਦੇ ਨਾਲ ਤਾਂ ਆਪਣੇ ਕੋਲੇ ਜਿਹੜੀ ਲਾਈਨ ਡਰਾ ਹੁੰਦੀ ਹੈ ਇਹਨੂੰ ਕਹਿੰਦੇ ਹੁੰਦੇ ਆਪਾਂ ਰੇਡੀਅਸ ਜਾਂ ਫਿਰ ਸਿੰਪਲ ਤੁਸੀਂ ਪੰਜਾਬੀ ਚ ਇਹਦੇ ਵਾਸਤੇ ਵਰਡ ਯੂਜ਼ ਕਰਦੇ ਹੋ ਜੀ ਅਰਧ ਵਿਆਸ ਸਿਮਿਲਰਲੀ ਜੇ ਇਹ ਆਪਣੇ ਕੋਲ ਇੱਕ ਰੇਡੀਅਸ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਹੋ ਗਿਆ ਸਿੰਪਲ ਰੇਡੀਅਸ ਬਟ ਜੇ ਜ਼ਿਆਦਾ ਹੋਣ ਫॉर एग्जांपल ਆਪਣੇ ਕੋਲ ਇੱਕ ਸਰਕਲ ਹੈ ਅਗੇਨ ਇਹ ਹੋ ਗਿਆ ਉਹਦਾ ਸੈਂਟਰ रेडियस एक रेडियस आ हो गया दूसरा रेडियस तीसरा रेडियस 4 5 ਇਹ ਮੈਂ ਕਿੰਨੇ ਕਰਤੇ ਪੰਜ ਜਿਹੜੇ ਇੱਥੇ ਰੇਡੀਅਸ ਡਰਾ ਕਰਤੇ ਤਾਂ ਹੁਣ ਮੈਂ ਇਹਨਾਂ ਵਾਸਤੇ ਚਾਹੇ ਤਾਂ ਸਿੰਪਲ ਵਰਡ ਯੂਜ਼ ਕਰ ਲਾ 5 ਰੇਡੀਅਸ ਜਾਂ ਫਿਰ ਸਿੰਪਲ ਮੈਂ ਇਹਦੇ ਵਾਸਤੇ ਜੇ ਵਰਡ ਯੂਜ਼ ਕਰਨਾ ਹੋਵੇ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰੂੰਗੀ ਜੀ ਰੇਡੀਆਈ ਕੀ ਵਰਡ ਯੂਜ਼ ਹੋਏਗਾ ਰੇਡੀਆਈ ਤਾਂ ਇਹ ਕੀ ਹੋ ਗਿਆ ਨਾ ਪਲੂਰਲ ਵਰਡ ਹੋ ਗਿਆ ਇੱਥੇ ਤੁਸੀਂ ਰੇਡੀਅਸ ਵਰਡ ਹੈ ਜਿਹੜਾ ਯੂਜ਼ ਨਹੀਂ ਕਰ ਸਕਦੇ ਬਿਕਾਜ਼ ਇਹ ਜਿਹੜੇ ਰੇਡੀਅਸ ਨੇ ਪਲੂਰਲ ਫਾਰਮ ਦੇ ਵਿੱਚ ਯੂਜ਼ ਹੋਣਗੇ ਜ਼ਿਆਦਾ ਰੇਡੀਅਸ ਹੈ ਜਿਹੜੇ ਇੱਥੇ ਆਪਾਂ ਡਰਾ ਕੀਤੇ ਆ ਕਲੀਅਰ ਹੈ ਹਾਂਜੀ ਤਾਂ ਨੈਕਸਟ ਵਰਡ ਦੇਖੋ ਰੇਡੀਅਸ ਤੋਂ ਬਾਅਦ ਆਪਣਾ ਨੈਕਸਟ ਵਰਡ ਹੈ ਫੋਕਸ ਫੋਕਸ ਦਾ ਪਲੂਰਲ ਫਾਰਮ ਹੈ ਜੀ ਤੁਹਾਡੇ ਕੋਲੇ ਫੋਕਾਈ ਫੋਕਾਈ ਆਈ ਵਰਡ ਹੈ ਜਿਹੜਾ ਪਿੱਛੇ ਤੁਸੀਂ ਯੂਜ਼ ਕਰੋਗੇ ਨੈਕਸਟ ਹੈ ਕੈਕਟਸ ਕੈਕਟਸ ਆਪਾਂ ਨੂੰ ਮਾਰੂਥਲ ਦੇ ਵਿੱਚ ਵਰਡ ਯੂਜ਼ ਕਰਦੇ ਆ ਕੈਕਟਸ ਹੁੰਦੇ ਜਿਹੜੇ ਉੱਥੇ ਦੇ ਜਿਹੜੇ ਪੌਦੇ ਹੁੰਦੇ ਆ ਉਹਨਾਂ ਨੂੰ ਆਪਾਂ ਕੈਕਟਸ ਕਹਿ ਦਿੰਦੇ ਆ ਨਾ ਤਾਂ ਕੈਕਟਸ ਵਰਡ ਹੈ ਜਿਹੜਾ ਸਿੰਗੂਲਰ ਹੈ ਤੇ ਉਸੇ ਦਾ ਪਲੂਰਲ ਵਰਡ ਹੈ ਤੁਹਾਡੇ ਕੋਲੇ ਕੈਕਟੀ ਅੱਗੇ ਥੀਸਿਸ ਤੇ ਉਹਦਾ ਪਲੂਰਲ ਵਰਡ ਹੈ ਜੀ ਥੀਸਸ ਤਾਂ ਤੁਸੀਂ ਇੱਕ ਚੀਜ਼ ਨੋਟ ਕਰ ਸਕਦੇ ਹੋ ਕਿ ਜਦੋਂ ਆਪਣੇ ਕੋਲੇ ਪਿੱਛੇ ਐਸ ਹੋਵੇ ਤਾਂ ਉਹਦਾ ਪਲੂਰਲ ਫਾਰਮ ਕਿਵੇਂ ਬਣ ਹੁੰਦਾ ਹੈ ਮੈਕਸਿਮਮ ਕੇਸਸ ਦੇ ਵਿੱਚ ਤੁਸੀਂ ਆਈ ਨੂੰ ਜਿਹੜਾ ਹੈਗਾ ਸਬਸਟੀਟਿਊਟ ਕਰ ਦਿੰਦੇ ਹੋ ਈ ਦੇ ਨਾਲ ਜਦੋਂ ਪਲੂਰਲ ਫਾਰਮ ਬਣਾਉਣੀ ਹੈ ਤਾਂ ਥੀਸਿਸ ਦਾ ਪਲੂਰਲ ਫਾਰਮ ਹੋ ਗਿਆ ਥੀਸਸ ਅੱਗੇ ਕ੍ਰੀਸਿਸ ਅਗੇਨ ਆਈ ਯੂਜ਼ ਹੋਈ ਹੈ ਤਾਂ ਤੁਸੀਂ ਸਬਸਟੀਟਿਊਟ ਕਰੋਗੇ ਈ ਦਾ ਕ੍ਰੀਸਿਸ ਦਾ ਪਲੂਰਲ ਫਾਰਮ ਹੋਗਾ ਤੁਹਾਡੇ ਕੋਲ ਕ੍ਰੀਸਸ ਐਕਸਿਸ ਅਗੇਨ ਤੁਸੀਂ ਯੂਜ਼ ਕਰੋਗੇ ਈ ਦਾ ਐਕਸਸ ਆਈ ਦੀ ਥਾਂ ਤੁਸੀਂ ਸਬਸਟੀਟਿਊਟ ਕਰਤਾ ਇਹਦਾ ਤਾਂ ਹੁਣ ਇੱਕ ਐਕਸਿਸ ਦੀ ਗੱਲ ਹੋ ਰਹੀ ਹੈ ਜਿਵੇਂ ਐਕਸ ਐਕਸਿਸ ਹੁੰਦੀ ਹੈ ਵਾਈ ਐਕਸਿਸ ਹੁੰਦੀ ਹੈ ਜ਼ੈਡ ਹੁੰਦੀ ਹੈ ਤਾਂ ਤੁਸੀਂ ਸਿੰਪਲ ਐਕਸਿਸ ਵਰਡ ਯੂਜ਼ ਕਰ ਲਿਆ ਬਟ ਜੇ ਸਾਰਿਆਂ ਨੂੰ ਇਕੱਠਿਆਂ ਨੂੰ ਡਿਨੋਟ ਕਰਕੇ ਕਿਹਾ ਜਾ ਰਿਹਾ ਤਾਂ ਜਿਵੇਂ ਐਕਸ ਵਾਈ ਜ਼ੈਡ ਤਾਂ ਉੱਥੇ ਤੁਸੀਂ ਯੂਜ਼ ਕਰੋਗੇ ਐਕਸਸ ਵਰਡ ਦਾ ਬਿਕੋਜ਼ ਉਹ ਪਲੂਰਲ ਫਾਰਮ ਦੇ ਵਿੱਚ ਹੈ ਜਿਹੜਾ ਆਪਣੇ ਕੋਲੇ ਯੂਜ਼ ਹੋ ਰਿਹਾ ਹਾਂਜੀ ਤਾਂ ਨੈਕਸਟ ਆਪਣੇ ਕੋਲੇ ਅਗੇਨ ਕੁਝ ਕੁ ਨਾउन ਨੇ ਜਿਨ੍ਹਾਂ ਦੇ ਸਿੰਗੂਲਰ ਤੇ ਪਲੂਰਲ ਫਾਰਮ ਆਪਾਂ ਨੂੰ ਦੇਖ ਰਹੇ ਆ ਤਾਂ ਫਰਸਟ ਆਪਾਂ ਦੇਖਾਂਗੇ ਫਿਨੋਮੀਨਨ ਫਿਨੋਮੀਨਨ ਕੀ ਹੈ ਇੱਕ ਸਿੰਗੂਲਰ ਵਰਡ ਹੈ ਅਗੇਨ ਉਸੇ ਦਾ ਪਲੂਰਲ ਵਰਡ ਹੈ ਤੁਹਾਡੇ ਕੋਲੇ ਫਿਨੋਮੀਨਾ ਤਾਂ ਤੁਸੀਂ ਦੇਖ ਸਕਦੇ ਹੋ ਪਿੱਛੇ ਜੇ ਐਨ ਵਰਡ ਆ
ਜਿਵੇਂ ਕ੍ਰਾਈਟੇਰੀਅਨ ਹੁੰਦਾ ਹੈ, ਕ੍ਰਾਈਟੇਰੀਆ ਪਲੂਰਲ ਵਰਡ ਹੁੰਦਾ ਉਹਦਾ, ਤਾਂ ਉਵੇਂ ਜਿਵੇਂ ਆਪਣੇ ਕੋਲੇ ਫਿਨੋਮੀਨਨ ਹੈ, ਉਹਦਾ ਪਲੂਰਲ ਵਰਡ ਆਪਣੇ ਕੋਲੇ ਫਿਨੋਮੀਨਾ। ਐਨ ਓ ਐਨ ਵਾਲੇ ਜ਼ਿਆਦਾਤਰ ਕੇਸਸ ਦੇ ਵਿੱਚ ਸਿੰਗਲ ਵਰਡ ਹੁੰਦੇ ਆ ਤੇ ਪਲੂਰਲ ਹੁੰਦੇ ਆ ਉਹਨਾਂ ਦੇ ਐਨ ਏ ਵਾਲੇ। ਤਾਂ ਹਾਂਜੀ, ਫਿਨੋਮੀਨਨ ਸਿੰਗੂਲਰ ਹੈ, ਫਿਨੋਮੀਨਾ ਪਲੂਰਲ ਹੈ। ਸਿਮਿਲਰਲੀ ਇਹਦੇ ਵਿੱਚ ਹੀ ਆ ਜਾਏਗਾ ਕ੍ਰਾਈਟੇਰੀਅਨ ਸਿੰਗੂਲਰ ਹੈ, ਕ੍ਰਾਈਟੇਰੀਆ ਇਸ ਦਾ ਪਲੂਰਲ ਵਰਡ ਹੈ। ਨੈਕਸਟ ਹੈਗਾ ਤੁਹਾਡੇ ਕੋਲੇ ਬੈਕਟੀਰੀਅਮ, ਬੈਕਟੀਰੀਅਮ ਤੁਹਾਡੇ ਕੋਲੇ ਸਿੰਗੂਲਰ ਹੈ ਤੇ ਬੈਕਟੀਰੀਆ ਉਸ ਦੀ ਪਲੂਰਲ ਫਾਰਮ। ਨੈਕਸਟ ਹੈ ਜੀ ਤੁਹਾਡਾ ਮੀਡੀਅਮ, ਮੀਡੀਅਮ ਦੀ ਸਿੰਗੂਲਰ ਮੀਡੀਅਮ ਹੈ ਜਿਹੜਾ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਮੀਡੀਆ ਵਰਡ ਹੈ ਜਿਹੜਾ ਇਹ ਪਲੂਰਲ ਫਾਰਮ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਨੈਕਸਟ ਹੈ ਜੀ ਤੁਹਾਡੇ ਕੋਲੇ ਸਟ੍ਰੈਟਮ, ਸਟ੍ਰੈਟਮ ਦਾ ਬੇਸਿਕਲੀ ਮੀਨਿੰਗ ਹੁੰਦਾ ਹੈ ਫਰਕ ਤੇ ਇਸੇ ਦਾ ਪਲੂਰਲ ਫਾਰਮ ਹੈ ਤੁਹਾਡੇ ਕੋਲੇ ਸਟ੍ਰੈਟਾ, ਇਹਦਾ ਮੀਨਿੰਗ ਹੁੰਦਾ ਜੀ ਫਰਕਾਂ। ਤਾਂ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ ਤੁਸੀਂ ਯੂਜ਼ ਕਰੋਗੇ ਸਟ੍ਰੈਟਮ ਦਾ, ਪਲੂਰਲ ਫਾਰਮ 'ਚ ਯੂਜ਼ ਕੀਤਾ ਤਾਂ ਤੁਸੀਂ ਯੂਜ਼ ਕਰੋਗੇ ਸਟ੍ਰੈਟਾ ਵਰਡ ਦਾ। ਅੱਗੇ ਤੁਹਾਡੇ ਕੋਲੇ ਡਾਇਗਨੋਸਿਸ, ਅਗੇਨ ਆਈ ਵਾਲਾ ਆ ਗਿਆ ਤਾਂ ਤੁਹਾਨੂੰ ਦੱਸਿਆ ਸੀ ਜਦੋਂ ਤੁਹਾਡੇ ਕੋਲੇ ਆਈ ਵਾਲਾ ਵਰਡ ਦਿਸਦੇ ਤਾਂ ਮੈਕਸਿਮਮ ਕੇਸਸ ਦੇ ਵਿੱਚ ਤੁਸੀਂ ਸਬਸਟੀਟਿਊਟ ਕਰ ਦਿੰਦੇ ਹੋ ਈ ਦਾ। ਤਾਂ ਜਿਵੇਂ ਇੱਥੇ ਡਾਇਗਨੋਸਿਸ ਸਿੰਗੂਲਰ ਫਾਰਮ ਹੈ, ਪਲੂਰਲ ਕੀ ਹੋ ਜਾਏਗੀ ਡਾਇਗਨੋਸਿਸ, ਡਾਇਗਨੋਸਿਸ। ਅੱਗੇ ਹੈ ਟੁੱਥ ਤੇ ਟੀਥ, ਟੁੱਥ ਤੇ ਟੀਥ ਵਰਡ ਹੈ ਜਿਹੜੇ ਬਹੁਤ ਕਨਫਿਊਜ਼ ਹੁੰਦੇ ਆ ਸਟੂਡੈਂਟਸ। ਤਾਂ ਟੁੱਥ ਕੀ ਆਪਣੇ ਕੋਲੇ ਸਿੰਗੂਲਰ ਹੈ ਤੇ ਟੀਥ ਵਰਡ ਹੈ ਜਿਹੜਾ ਪਲੂਰਲ ਫਾਰਮ ਦੇ ਵਿੱਚ ਯੂਜ਼ ਕੀਤਾ ਜਾਂਦਾ। ਹੁਣ ਟੁੱਥ ਟੀਥ ਦਾ ਮੀਨਿੰਗ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ। ਟੁੱਥ ਮਤਲਬ ਜਦੋਂ ਤੁਸੀਂ ਇੱਕ ਦੰਦ ਦੀ ਗੱਲ ਕਰ ਰਹੇ ਹੋ, ਤਾਂ ਜੇ ਤੁਹਾਡੇ ਕੋਲੇ ਸਾਰੇ ਦੰਦਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇੱਕ ਤੋਂ ਜ਼ਿਆਦਾ ਦੰਦ ਜਿਹੜੇ ਤੁਸੀਂ ਯੂਜ਼ ਕਰ ਰਹੇ ਹੋ ਤਾਂ ਤੁਸੀਂ ਯੂਜ਼ ਕਰੋਗੇ ਟੀਥ ਦਾ। ਅਗੇਨ ਆਪਣੇ ਕੋਲੇ ਫੁੱਟ ਤੇ ਫੀਟ ਵਰਡ ਹੁੰਦਾ ਹੈ, ਫੁੱਟ ਸਿੰਗੂਲਰ ਹੈ ਤੇ ਫੀਟ ਕੀ ਹੈ ਤੁਹਾਡੇ ਕੋਲੇ ਪਲੂਰਲ ਵਰਡ ਹੈ। ਅੱਗੇ ਤੁਹਾਡੇ ਕੋਲੇ ਵਰਡ ਮੈਨ, ਹਾਂਜੀ, ਤਾਂ ਮੈਨ ਦਾ ਪਲੂਰਲ ਵਰਡ ਹੈ ਮੈਨ। ਕੀ ਹੈ ਜੀ ਮੈਨ, ਤੁਸੀਂ ਏ ਦੀ ਥਾਂ ਤੇ ਈ ਹੈ ਜਿਹੜਾ ਸਬਸਟੀਟਿਊਟ ਕਰ ਦਿਓ। ਮੈਨ ਦਾ ਤੁਸੀਂ ਕਦੇ ਵੀ ਮੈਨਸ ਜਿਹੜਾ ਹੈਗਾ ਪਲੂਰਲ ਫਾਰਮ ਨਹੀਂ ਬਣਾਉਣੀ, ਮੈਨਸ ਜਿਹੜੀ ਹੈਗੀ ਆ ਰੋਂਗ ਹੈ, ਤੁਸੀਂ ਯੂਜ਼ ਕਰੋਗੇ ਮੈਨ ਦਾ। ਸਿਮਿਲਰਲੀ ਤੁਹਾਡੇ ਕੋਲੇ ਵੂਮਨ ਵਰਡ ਹੈ, ਵੂਮੈਨ ਦੇ ਵਿੱਚ ਵੀ ਤੁਸੀਂ ਮੈਨ ਵਰਡ ਯੂਜ਼ ਕੀਤਾ ਹੋਇਆ ਤਾਂ ਮੈਨ ਨੂੰ ਪਲੂਰਲ ਕਰ ਦਿਓ, ਮੈਨ ਬਣਾ ਦਿਓ ਤਾਂ ਵੂਮੈਨ ਦਾ ਬਣ ਜਾਏਗਾ ਤੁਹਾਡੇ ਕੋਲੇ ਵੂਮੈਨ। ਤਾਂ ਵੂਮੈਨ ਕੀ ਹੈ ਸਿੰਗੂਲਰ ਹੈ, ਵੂਮੈਨ ਕੀ ਹੋ ਗਿਆ ਤੁਹਾਡੇ ਕੋਲੇ ਪਲੂਰਲ ਫਾਰਮ ਦੇ ਵਿੱਚ ਯੂਜ਼ ਹੋ ਗਿਆ। ਇਹ ਤਾਂ ਅਸੀਂ ਆਪਣੇ ਕੋਲੇ ਸਿੰਗੂਲਰ ਜਿਹੜੇ ਆਪਾਂ ਸਿੰਗੂਲਰ ਤੇ ਪਲੂਰਲ ਫਾਰਮ ਯੂਜ਼ ਕਰਦੇ ਆ ਬੇਸਿਕਲੀ ਆਪਣੇ ਕੋਲੇ ਸਿੰਪਲ ਜਿਹੜੇ ਹੈਗੇ ਆ ਨਾउन ਤੇ ਕੁਝ ਹੁੰਦੇ ਤਾਂ ਆਪਣੇ ਕੋਲੇ ਕੰਪਾਊਂਡ ਨਾउन, ਜਿਵੇਂ ਤੁਹਾਡੇ ਕੋਲੇ ਆ ਲਿਸਟ ਦਿਖ ਰਹੀ ਹੈ। ਤਾਂ ਹੁਣ ਇੱਥੇ ਕੀ ਯੂਜ਼ ਕਰਦੇ ਆ ਕੰਪਾਊਂਡ ਨਾउन्स, ਜਿਵੇਂ ਫਰਸਟ ਹੈ ਬੈਡਰੂਮ, ਤਾਂ ਪਲੂਰਲ ਕਿਵੇਂ ਬਣਾਓਗੇ? ਤਾਂ ਇਹਦੇ ਵਿੱਚ ਹੁੰਦੀ ਹੈ ਕਨਫਿਊਜ਼ਨ, ਬੇਸਿਕਲੀ ਆਪਾਂ ਨੂੰ ਕਨਫਿਊਜ਼ਨ ਆਉਂਦੀ ਹੁੰਦੀ ਹੈ ਜਿਹੜੀ ਇਹਦੇ ਵਿੱਚ ਹੀ ਆਉਂਦੀ ਹੈ ਕਿਉਂਕਿ ਜ਼ਿਆਦਾਤਰ ਆਪਾਂ ਸਿੰਪਲ ਜਿਹੜੇ ਨਾउन ਹੁੰਦੇ ਆ ਉਹਨਾਂ ਦਾ ਪਲੂਰਲ ਫਾਰਮ ਆਪਾਂ ਆਪਣਾ ਈਜ਼ੀਲੀ ਜਿਹੜਾ ਹੈਗਾ ਆਪਾਂ ਆਇਡੈਂਟੀਫਾਈ ਕਰ ਲੈਣਾ। ਹਾਂਜੀ, ਤਾਂ ਹੁਣ ਕੰਪਾਊਂਡ ਨਾउन ਦਾ ਪਲੂਰਲ ਫਾਰਮ ਕਿਵੇਂ ਬਣਾਉਣਾ ਹੈ, ਲੈਟ ਅਸ ਡਿਸਕਸ। ਜੇ ਤੁਹਾਡੇ ਕੋਲੇ ਕਿਤੇ ਵੀ ਕੰਪਾਊਂਡ ਨਾउन ਦਿਸ ਜਾਣ, ਕੰਪਾਊਂਡ ਨਾउन ਤੁਹਾਨੂੰ ਦੱਸਿਆ ਹੀ ਹੈ ਕੰਪਾਊਂਡ ਨਾउन ਹੁੰਦੇ ਕੀ ਹੈ, ਜਦੋਂ ਤੁਸੀਂ ਦੋ ਜਾਂ ਜ਼ਿਆਦਾ ਨਾउन्स ਨੂੰ ਇਕੱਠਾ ਕਰਕੇ ਯੂਜ਼ ਕਰ ਰਹੇ ਹੋ ਤਾਂ ਉੱਥੇ ਤੁਸੀਂ ਯੂਜ਼ ਕਰ ਲੈਂਦੇ ਹੋ ਜੀ ਕੰਪਾਊਂਡ ਨਾउन ਫਾਰਮ ਦਾ। ਫੋਰ ਐਗਜ਼ਾਮਪਲ ਜਿਵੇਂ ਆਪਾਂ ਕੁਝ ਕੁ ਡਿਸਕਸ ਕੀਤੇ ਸੀ ਕੰਪਾਊਂਡ ਨਾउन ਦੇ ਵਿੱਚ ਆਪਾਂ ਜਿਵੇਂ ਮੌਬ ਵਰਡ ਦੇਖਿਆ ਸੀ, ਕਰਾਊਡ ਵਰਡ ਦੇਖਿਆ ਸੀ। ਸਿਮਿਲਰਲੀ ਜੇ ਤੁਹਾਡੇ ਕੋਲੇ ਦੋ ਜਾਂ ਜ਼ਿਆਦਾ ਨਾउन ਇਕੱਠੇ ਹੋ ਜਾਣ ਤਾਂ ਉਹ ਕੰਪਾਊਂਡ ਨਾउन ਹੋ ਜਾਣਗੇ। ਫੋਰ ਐਗਜ਼ਾਮਪਲ ਆਪਣੇ ਕੋਲੇ ਪਿੱਛੇ ਵਰਡ ਆਪਾਂ ਜਿਵੇਂ ਦੇਖੇ ਹੀ ਹੈ ਬੈਡਰੂਮ, ਬੈਡਰੂਮ ਕੀ ਹੈ ਇੱਕ ਕੰਪਾਊਂਡ ਨਾउन ਹੈ ਕਿਉਂਕਿ ਇੱਥੇ ਬੈੱਡ ਵੀ ਇੱਕ ਨਾउन ਹੈ ਤੇ ਰੂਮ ਵੀ ਇੱਕ ਨਾउन ਹੈ ਤੇ ਦੋਵਾਂ ਨੂੰ ਇਕੱਠਿਆਂ ਨੂੰ ਯੂਜ਼ ਕਰਕੇ ਇੱਕ ਵਰਡ ਬਣਾਇਆ ਹੋਇਆ ਬੈਡਰੂਮ, ਤਾਂ ਇਹ ਕੀ ਬਣ ਗਿਆ ਇੱਕ ਕੰਪਾਊਂਡ ਨਾउन ਹੈ ਜਿਹੜਾ ਆਪਣੇ ਕੋਲੇ ਬਣ ਗਿਆ। ਤਾਂ ਹੁਣ ਆਪਾਂ ਇਹ ਯੂਜ਼ ਕੀਤਾ ਹੋਇਆ ਸਿੰਗੂਲਰ ਫਾਰਮ ਦੇ ਵਿੱਚ ਬਿਕਾਜ਼ ਬੈੱਡ ਵੀ ਸਿੰਗੂਲਰ ਹੈ ਤੇ ਰੂਮ ਵੀ ਸਿੰਗੂਲਰ ਹੈ ਤੇ ਇਹਦੀ ਪਲੂਰਲ ਫਾਰਮ ਤੁਸੀਂ ਕਿਵੇਂ ਬਣਾਓਗੇ? ਪਲੂਰਲ ਫਾਰਮ ਕੀ ਹੋਏਗੀ ਬੈਡਸ ਰੂਮਸ, ਬੈਡਰੂਮਸ, ਬੈਡਸ ਰੂਮ, ਜਾਂ ਫਿਰ ਤੁਸੀਂ ਸਿੰਪਲ ਬੈਡਰੂਮ ਦਾ ਵਰਡ ਹੈ ਜਿਹੜਾ ਇਸੇ ਨੂੰ ਹੀ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰ ਲਓਗੇ। ਤਾਂ ਤੁਹਾਡੇ ਕੋਲ ਹੁਣ ਚਾਰ ਆਪਸ਼ਨਸ ਆ ਗਈਆਂ, ਤਾਂ ਹੁਣ ਆਪਾਂ ਨੂੰ ਪਿਕ ਕਰਨੀ ਇਹ ਥੋੜਾ ਜਿਹਾ ਡਿਫਿਕਲਟ ਆ ਕੰਮ, ਤਾਂ ਹੁਣ ਉਹ ਕਰਨ ਦੇ ਵਾਸਤੇ ਆਪਾਂ ਦੇਖਦੇ ਹਾਂ ਇਹਦਾ ਕਨਸੈਪਟ ਕੀ ਹੈ। ਤਾਂ ਹਾਂਜੀ, ਜਦੋਂ ਵੀ ਤੁਹਾਡੇ ਕੋਲੇ ਅੱਜ ਕੰਪਾਊਂਡ ਨਾउन ਤੇ ਤੁਹਾਨੂੰ ਕਿਹਾ ਜਾਵੇ ਕਿ ਉਹਦੀ ਸਿੰਗੂਲਰ ਤੋਂ ਪਲੂਰਲ ਫਾਰਮ ਹੈ ਜਿਹੜੀ ਤੁਸੀਂ ਬਣਾਉਣੀ ਹੈ ਤਾਂ ਤੁਸੀਂ ਚੈੱਕ ਕਰੋਗੇ ਕਿ ਕੰਪਾਊਂਡ ਨਾउन ਦੇ ਵਿੱਚ ਯੂਜ਼ ਕੀਤੇ ਹੋਏ ਨਾउन ਉਹਨਾਂ ਦੇ ਵਿੱਚੋਂ ਮੇਨ ਨਾउन ਕਿਹੜਾ ਹੈ ਤੇ ਕਿਹੜਾ ਵਰਡ ਹੈ ਜਿਹੜਾ ਉਹਦੇ ਵਿੱਚ ਮੋਡੀਫਾਇਰ ਦਾ ਕੰਮ ਕਰੇ। ਮੋਡੀਫਾਇਰ ਬੇਸਿਕਲੀ ਤੁਸੀਂ ਪੰਜਾਬੀ ਆਪਣਾ ਜਿਹੜਾ ਵਰਡ ਇਹਦੀ ਥਾਂ ਤੇ ਐਡਜੈਕਟਿਵ ਵੀ ਯੂਜ਼ ਕਰ ਲੈਣ, ਤਾਂ ਮੇਨ ਨਾउन ਦਾ ਕੰਮ ਕਿਹੜਾ ਕਰ ਰਿਹਾ ਤੇ ਮੋਡੀਫਾਇਰ ਨਾउन ਦਾ ਕੰਮ ਕਿਹੜਾ ਕਰ ਰਿਹਾ, ਉਹ ਤੁਸੀਂ ਕੰਪਾਊਂਡ ਨਾउन ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਡਿਫਰੈਂਸ਼ੀਏਟ ਕਰਨੀਆਂ, ਦੋ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ। ਜਿਵੇਂ ਹੁਣ ਆਪਣੇ ਕੋਲ ਇੱਥੇ ਬੈਡਰੂਮ ਵਰਡ ਹੈ, ਅਗੇਨ ਮੈਂ ਇੱਥੇ ਨੋਟ ਕਰਦਾ ਬੈਡ ਰੂਮ, ਹਾਂਜੀ ਬੈਡਰੂਮ ਮੇਰੇ ਕੋਲੇ ਦੋ ਵਰਡ ਹੈ, ਬੈਡ ਵੀ ਨਾउन ਹੈ ਤੇ ਰੂਮ ਵੀ ਨਾउन ਹੈ। ਹੁਣ ਇਹਨਾਂ ਦੇ ਵਿੱਚੋਂ ਮੇਨ ਨਾउन ਕਿਹੜਾ ਹੈ, ਬੈਡ ਮੇਨ ਹੈ ਜਾਂ ਫਿਰ ਰੂਮ ਮੇਨ ਹੈ? ਮੈਨੂੰ ਪਤਾ ਹੈ ਰੂਮ ਹੈ ਜਿਹੜਾ ਮੇਨ ਨਾउन ਹੋਊਗਾ। ਕਿਉਂ ਮੇਨ ਹੋਇਆ ਕਿਉਂਕਿ ਗੱਲ ਤਾਂ ਬੇਸਿਕਲੀ ਰੂਮ ਦੀ ਹੋ ਰਹੀ ਹੈ ਨਾ, ਤਾਂ ਫਿਰ ਮੇਨ ਨਾउन ਕਿਹੜਾ ਹੋ ਗਿਆ ਮੇਰੇ ਕੋਲੇ ਰੂਮ ਵਰਡ ਹੋ ਗਿਆ। ਤੇ ਜਿਹੜਾ ਬੈੱਡ ਹੋ ਗਿਆ ਗੱਲ ਕੀ ਦੀ ਹੋ ਰਹੀ ਹੈ ਰੂਮ ਦੀ ਹੋ ਰਹੀ ਹੈ ਤੇ ਰੂਮ ਕਿਹੜਾ ਹੈ ਉਹ ਬੈਡਰੂਮ ਹੈ। ਤੇ ਬੈੱਡ ਕੀ ਹੋ ਗਿਆ ਇੱਥੇ ਐਡਜੈਕਟਿਵ ਦਾ ਕੰਮ ਕਰ ਰਿਹਾ, ਇਟ ਮੀਨਸ ਇਹ ਕਿ ਇੱਥੇ ਮੋਡੀਫਾਇਰ ਨਾउन ਦਾ ਜਿਹੜਾ ਇੱਥੇ ਕੰਮ ਕਰ ਰਿਹਾ। ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਇਧਰ ਜਿਹੜਾ ਬੈੱਡ ਹੈ ਉਹ ਮੋਡੀਫਾਇਰ ਨਾउन ਹੈ ਤੇ ਰੂਮ ਹੈ ਜਿਹੜਾ ਉਹ ਇੱਕ ਮੇਨ ਨਾउन ਦਾ ਕੰਮ ਕਰ ਰਿਹਾ। ਤੇ ਹੁਣ ਤੁਸੀਂ ਬਣਾਉਣੀ ਹੈ ਜੀ ਪਲੂਰਲ ਫਾਰਮ, ਤਾਂ ਜਦੋਂ ਇਹਨਾਂ ਦੀ ਬਣਾਓਗੇ ਪਲੂਰਲ ਫਾਰਮ ਤਾਂ ਤੁਸੀਂ ਬੇਸਿਕਲੀ ਜਿਹੜਾ ਮੇਨ ਨਾउन ਹੋਗਾ ਉਹਨੂੰ ਪਲੂਰਲਾਈਜ਼ ਕਰ ਦੋਗੇ। ਮੇਨ ਨਾउन ਨੂੰ ਜਿਹੜਾ ਤੁਸੀਂ ਪਲੂਰਲ ਫਾਰਮ ਦੇ ਵਿੱਚ
ਜਾਂ ਫਿਰ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰਦੇ ਹੋ। ਤੇ ਜਿਹੜਾ ਮੋਡੀਫਾਇਰ ਹੁੰਦਾ ਹੈ ਉਹ ਤੁਹਾਡਾ ਐਜ਼ ਇਟ ਇਜ਼ ਹੋ ਜਾਂਦਾ ਹੈ। ਇਹਦੀ ਨਾ ਤਾਂ ਤੁਸੀਂ ਪਲੂਰਲ ਫਾਰਮ ਬਣਾਉਣੀ ਹੈ, ਨਾ ਹੀ ਤੁਸੀਂ ਇਹਨੂੰ ਸਿੰਗੂਲਰ ਫਾਰਮ ਹੈ ਤਾਂ ਸਿੰਗੂਲਰ ਫਾਰਮ 'ਚ ਯੂਜ਼ ਕਰੋਗੇ, ਜੇ ਪਲੂਰਲ ਫਾਰਮ 'ਚ ਯੂਜ਼ ਕੀਤਾ ਹੋਇਆ ਤਾਂ ਪਲੂਰਲ ਫਾਰਮ 'ਚ। ਮਤਲਬ ਤੁਸੀਂ ਇਹਨੂੰ ਕੋਈ ਛੇੜਖਾਨੀ ਨਹੀਂ ਕਰਨੀ। ਪਲੂਰਲ ਫਾਰਮ ਜਾਂ ਸਿੰਗੂਲਰ ਫਾਰਮ ਇਹਦੀ ਨਹੀਂ ਬਣੇਗੀ, ਕਿਹਦੀ ਬਣੇਗੀ? ਤੁਹਾਡੀ ਮੇਨ ਨਾउन ਦੀ ਬਣੇਗੀ। ਜਿਵੇਂ ਆਪਾਂ ਇੱਥੇ ਬਣਾਉਣੀ, ਹੁਣ ਬੈਡਰੂਮ ਵਰਡ ਦਾ ਆਪਾਂ ਪਲੂਰਲ ਫਾਰਮ ਬਣਾਉਣਾ ਹੈ, ਤਾਂ ਬੈੱਡ ਕੀ ਆਪਣੇ ਕੋਲੇ ਮੋਡੀਫਾਇਰ ਨਾउन ਹੈ, ਤਾਂ ਤੁਹਾਨੂੰ ਦੱਸਿਆ ਬੈੱਡ ਨਾਲ ਤੁਸੀਂ ਕੋਈ ਛੇੜਖਾਨੀ ਨਹੀਂ ਕਰਨੀ, ਮਤਲਬ ਮੋਡੀਫਾਇਰ ਨਾउन ਨਾਲ ਕੋਈ ਛੇੜ ਨਹੀਂ ਹੋਣੀ। ਤਾਂ ਇਹ ਵਾਲੀ ਚੀਜ਼ ਆਪਣੀ ਸੇਮ ਹੀ ਰਹਿ ਜਾਏਗੀ, ਬੈੱਡ ਦਾ ਬੈੱਡ ਹੀ ਰਹਿ ਜਾਏਗਾ। ਮੇਨ ਨਾउन ਆਪਣਾ रूम ਤਾਂ ਤੁਸੀਂ ਬਣਾਓਗੇ ਪਲੂਰਲ ਫਾਰਮ रूम ਦੀ, ਤਾਂ रूम ਦੀ ਪਲੂਰਲ ਫਾਰਮ ਬਣ ਜਾਏਗੀ ਤੁਹਾਡੇ ਕੋਲੇ ਰੂਮਸ। ਤਾਂ ਪਲੂਰਲ ਫਾਰਮ ਬਣ ਗਈ ਆਪਣੇ ਕੋਲੇ ਬੈਡਰੂਮ ਦੀ, ਬੈੱਡ, ਰੂਮਸ। ਐਵੇਂ ਤੁਹਾਡੇ ਕੋਲੇ ਬਾਕੀ ਹੋਰ ਵਰਡ ਹੋਣਗੇ ਜਿਹੜੇ ਆਪਾਂ ਡਿਸਕਸ ਕਰਾਂਗੇ। ਤਾਂ ਹੁਣ ਆਪਾਂ ਇੱਥੇ ਪਲੂਰਲ ਫਾਰਮ ਲਿਖ ਸਕਦੇ ਹਾਂ, ਬੈਡਰੂਮ ਦੀ ਪਲੂਰਲ ਫਾਰਮ ਹੈ ਜੀ ਤੁਹਾਡੇ ਕੋਲੇ ਬੈੱਡ, ਰੂਮਸ। ਆਪਾਂ ਮੇਨ ਨਾउन ਨੂੰ ਪਲੂਰਲਾਈਜ਼ ਜਿਹੜਾ ਇੱਥੇ ਕਰਤਾ। ਹਾਂਜੀ, ਤਾਂ ਹੁਣ ਚੈੱਕ ਕਰੋ ਆਪਣੀ ਲਿਸਟ। ਫਰਸਟ ਆਪਾਂ ਬੈਡਰੂਮ ਡਿਸਕਸ ਕਰ ਹੀ ਲਿਆ, ਤਾਂ ਇੱਥੇ ਮੇਨ ਨਾउन ਹੈ ਤੁਹਾਡੇ ਕੋਲੇ ਰੂਮ, तो तुसी रूम नो प्लूरलाइज करके रूम्स बनाता। नेक्स्ट है टूथ ब्रश, तो मेन वर्ड किहड़ा है? टूथ मेन है या फिर ब्रश मेन है? तो तुसी बेसिकली कहोगे तो ब्रश जेड़ा वर्ड है इत्थे मेन नाउन दा काम कर रहा है, जेड़ा टूथ है इत्थे की कर रहा है अपने कोले मॉडिफायर दा काम कर रहा है। ये मॉडिफायर नाउन है, तो तुसी मॉडिफायर नाउन नु एज इट इज रख लिया, टूथ वर्ड ही यूज कीता। अगेन जेड़ा ब्रश सीगा ओनू तुसी प्लूरलाइज करता, ब्रशेस है जेड़ा इत्थे यूज कीता ते प्लूरल वर्ड यूज कीता। अगे स्टडी मटीरियल, तो मेन वर्ड किहड़ा? मटीरियल। मेन की होगा ਤੁਹਾਡੇ ਕੋਲੇ ਮਟੀਰੀਅਲ ਹੋਗਾ, ਜਿਹੜਾ ਸਟੱਡੀ ਹੈ ਇੱਥੇ ਯੂਜ਼ ਹੋ ਰਿਹਾ ਐਜ਼ ਅ ਮੋਡੀਫਾਇਰ। ਤਾਂ ਤੁਸੀਂ ਸਟੱਡੀ ਨੂੰ ਐਜ਼ ਇਟ ਇਜ਼ ਯੂਜ਼ ਕਰੋਗੇ ਤੇ ਮਟੀਰੀਅਲ ਦਾ ਪਲੂਰਲ ਫਾਰਮ ਬਣਾ ਦੋਗੇ, ਮਟੀਰੀਅਲਸ ਵਰਡ ਹੈ ਜਿਹੜਾ ਯੂਜ਼ ਕਰੋਗੇ। ਤਾਂ ਸਟੱਡੀ ਮਟੀਰੀਅਲ ਦੀ ਪਲੂਰਲ ਫਾਰਮ ਹੋਗੀ ਜੀ ਸਟੱਡੀ ਮਟੀਰੀਅਲਸ। ਅੱਗੇ ਬਿਲਡਿੰਗ ਮਟੀਰੀਅਲ, ਤਾਂ ਮਟੀਰੀਅਲ ਆਪਾਂ ਨੂੰ ਪਤਾ ਲੱਗ ਹੀ ਗਿਆ ਇਹ ਕਿ ਆਪਣੇ ਕੋਲੇ ਮੇਨ ਨਾउन ਹੈ ਤੇ ਜਿਹੜਾ ਬਿਲਡਿੰਗ ਹੈ ਤੇ ਮੋਡੀਫਾਇਰ ਦਾ ਕੰਮ ਕਰ ਰਿਹਾ, ਪਲੂਰਲ ਫਾਰਮ ਹੋ ਜਾਏਗੀ ਬਿਲਡਿੰਗ ਮਟੀਰੀਅਲਸ। ਅੱਗੇ ਤੁਹਾਡੇ ਕੋਲੇ ਦੋ ਵਰਡ ਮੈਨ ਈਟਰ ਐਂਡ ਮੈਨ ਡਰਾਈਵਰ, ਇਹਨਾਂ ਦਾ ਵੀ ਆਪਾਂ ਇੱਕ ਕਨਸੈਪਟ ਚੈੱਕ ਕਰਾਂਗੇ। ਹਾਂਜੀ, ਤਾਂ ਕੀ ਕਨਸੈਪਟ ਹੈ? मैन ईटर, ਆਪਣੇ ਕੋਲ ਇੱਕ ਹੀ ਵਰਡ ਸੀ ਮੈਨ ਈਟਰ, ਤਾਂ ਹੁਣ ਮੈਨ ਈਟਰ ਦੇ ਮੀਨਿੰਗ ਕੀ ਹੈ? ਤਾਂ ਇਹਨੂੰ ਤੁਸੀਂ ਦੋ ਤਰੀਕਿਆਂ ਨਾਲ ਹੈ ਜਿਹੜਾ ਲਿਖ ਲੈਣਾ ਹੈ। ਵਨ ਹੂ ਈਟਸ ਮੈਨ, ਉਹ ਮੈਨ ਹੂ ਈਟਸ। ਹਾਂਜੀ, ਤਾਂ ਮੈਨ ਈਟਰ ਦਾ ਮਤਲਬ ਕੀ ਹੈ? ਇਹੋ ਜਿਹਾ ਪਰਸਨ ਜਿਹੜਾ ਬੰਦੇ ਖਾ ਜਾਂਦਾ ਹੈ, ਜਾਂ ਫਿਰ ਇਹੋ ਜਿਹਾ ਪਰਸਨ ਹੈ ਜਿਹੜਾ ਖਾਂਦਾ ਹੈ। ਤਾਂ ਹੁਣ ਇਹਦਾ ਬੇਸਿਕਲੀ ਮੀਨਿੰਗ ਜੇ ਤੁਸੀਂ ਰਿਸਰਚ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਵਨ ਹੂ ਈਟਸ ਮੈਨ, ਮੈਨ ਈਟਰ ਦਾ ਮੀਨਿੰਗ ਹੈ ਜਿਹੜਾ ਪਰਸਨ ਬੰਦੇ ਵਗੈਰਾ ਖਾ ਜੇ। ਫੋਰ ਐਗਜ਼ਾਮਪਲ ਆਪਾਂ ਕਹਿੰਦੇ ਕਬੀਲੇ ਵਗੈਰਾ ਦੇ ਕੁਝ ਲੋਕ ਹੁੰਦੇ ਆ ਜਿਹੜੇ ਜਦੋਂ ਕੋਈ ਪਰਸਨ ਉਹਨਾਂ ਦੇ ਏਰੀਆ ਦੇ ਵਿੱਚ ਐਂਟਰ ਕਰ ਜੇ ਤਾਂ ਉਹਨੂੰ ਮਾਰ ਕੇ ਤੇ ਉਹਦਾ ਮਾਸ ਵਗੈਰਾ ਜਿਹੜਾ ਉਹ ਖਾ ਜਾਂਦੇ। ਤਾਂ ਉੱਥੇ ਉਹ ਵਰਡ ਜਿਹੜਾ ਆਪਣਾ ਉਹਨਾਂ ਨੂੰ ਕਿਹਾ ਜਾਂਦਾ ਜੀ ਮੈਨ ਈਟਰ। ਤਾਂ ਵਨ ਹੂ ਈਟਸ ਮੈਨ ਹੈ ਜਿਹੜਾ ਇੱਥੇ ਦਾ ਸਹੀ ਯੂਜ਼ ਹੈ। ਵਨ ਹੂ ਈਟਸ ਮੈਨ ਵਾਸਤੇ ਤੁਸੀਂ ਯੂਜ਼ ਕਰਦੇ ਹੋ ਮੈਨ ਈਟਰ ਦਾ। ਤੇ ਜੇ ਆਪਣੇ ਕੋਲੇ ਵਰਡ ਹੋਵੇ, ਅਗੇਨ ਆਪਾਂ ਇੱਕ ਡਿਸਕਸ ਕਰਾਂਗੇ। ਤਾਂ ਹੁਣ ਇੱਥੇ ਦੇਖੋ ਮੈਨ ਈਟਰ ਦਾ ਆਪਾਂ ਪਲੂਰਲ ਫਾਰਮ ਕਿਵੇਂ ਬਣਾਉਣਾ ਹੈ? ਤਾਂ ਜੇ ਤੁਹਾਡੇ ਕੋਲੇ ਯੂਜ਼ ਕੀਤਾ ਹੋਇਆ ਹੈ ਫਰਸਟ ਟਾਈਪ ਦੀ ਫਾਰਮ ਦੇ ਵਿੱਚ, ਮਤਲਬ ਜਿਹੜਾ ਮੈਨ ਵਰਡ ਮੈਨ ਹੀ ਯੂਜ਼ ਕੀਤਾ ਸੀ ਨਾ ਆਪਾਂ, ਮੈਨ ਦੇ ਲਈ ਯੂਜ਼ ਕੀਤਾ, ਈਟਰ ਦਾ ਉਹਨੂੰ ਅੱਗੇ ਦੱਸ ਰਿਹਾ ਹੈ। ਤਾਂ ਹੁਣ ਮੈਨ ਵਰਡ ਹੈ ਜਿਹੜਾ ਯੂਜ਼ ਕੀਤਾ ਹੋਇਆ ਤੁਹਾਡੇ ਕੋਲੇ ਆਬਜੈਕਟ ਫਾਰਮ ਦੇ ਵਿੱਚ, ਸੈਂਟੈਂਸ ਦੇ ਵਿੱਚ ਇਹ ਯੂਜ਼ ਕੀਤਾ ਹੋਇਆ ਆਬਜੈਕਟ ਫਾਰਮ ਦੇ ਵਿੱਚ। ਤਾਂ ਤੁਸੀਂ ਸਿੰਪਲ ਕੀ ਕਰੋਗੇ, ਚੱਕ ਕੇ ਆਬਜੈਕਟ ਪੂਰਾ ਫਾਰਮ ਹੁੰਦਾ ਹੈ। ਇਹ ਹੈ ਸਿੰਗੂਲਰ, ਇਹਦੀ ਪਲੂਰਲ ਕੀ ਹੋ ਜਾਏਗੀ ਫਿਰ? ਮੈਨ ਨੂੰ ਤੁਸੀਂ ਸੇਮ ਮੈਨ ਹੀ ਰੱਖੋਗੇ, ਸਬਜੈਕਟ ਨਾਲ ਕੋਈ ਛੇੜਖਾਨੀ ਨਹੀਂ ਕਰਨੀ। ਜਿਹੜਾ ਆਬਜੈਕਟ ਵਰਡ ਹੈ ਦੈਟ ਇਜ਼ ਈਟਰ, ਤੁਸੀਂ ਇਹਦਾ ਬਣਾ ਦੋਗੇ ਪਲੂਰਲ ਦੈਟ ਇਜ਼ ਮੈਨ ਈਟਰ। ਤਾਂ ਤੁਸੀਂ ਵਰਡ ਯੂਜ਼ ਕੀਤਾ ਈਟਰ। ਈਟਰ ਹੀ ਕਿਉਂ ਯੂਜ਼ ਕੀਤਾ? ਕਿਉਂਕਿ ਇੱਥੇ ਜਿਹੜਾ ਆਪਣੇ ਕੋਲੇ ਫਰਸਟ ਟਾਈਪ ਵਾਲੀ ਜਿਹੜੀ ਹੈਗੀ ਇਹਦੀ ਮੀਨਿੰਗ ਨਿਕਲਿਆ ਸੀ ਵਨ ਹੂ ਈਟਸ ਮੈਨ। ਮੈਨ ਹੈ ਜਿਹੜਾ ਇੱਥੇ ਆਬਜੈਕਟ ਦਾ ਕੰਮ ਕਰ ਰਿਹਾ। ਇਹ ਤੁਹਾਡੀ ਇੱਕ ਟ੍ਰਿਕ ਹੈ। ਤਾਂ ਟ੍ਰਿਕ ਹੈ ਕਿ ਤੁਸੀਂ ਕਿਵੇਂ ਇਹਨੂੰ ਯਾਦ ਕਰਕੇ ਰੱਖ ਸਕਦੇ ਹੋ ਕਿ ਮੈਨ ਨੂੰ ਪਲੂਰਲ ਕਰਨਾ ਜਾਂ ਈਟਰ ਨੂੰ ਯੂਜ਼ ਕਰਨਾ ਹੈ। ਕਿਉਂਕਿ ਕਈ ਵਾਰ ਬਹੁਤ ਸਾਰੇ ਸਟੂਡੈਂਟ ਹੋਣਗੇ ਇਹਨੂੰ ਬਣਾ ਰਹੇ ਹੋਣਗੇ ਮੈਨ ਈਟਰ, ਕੁਛ ਕੁ ਬਣਾ ਰਹੇ ਹੋਣਗੇ ਮੈਨ ਈਟਰਸ, ਬਹੁਤ ਸਾਰੇ ਹੋਣਗੇ ਜਿਹੜੇ ਇਹਨੂੰ ਮੈਨ ਈਟਰ ਦਾ ਮੈਨ ਈਟਰਸ ਬਣਾ ਰਹੇ ਹੋਣਗੇ। ਤੇ ਬਾਕੀ ਕੁਝ ਹੋਣਗੇ ਕਹਿਣਗੇ ਮੈਨ ਈਟਰ ਹੈ ਜਿਹੜਾ ਤੁਹਾਡਾ ਮੈਨ ਈਟਰ ਹੀ ਰਹੇਗਾ, ਇਹਦਾ ਤੁਸੀਂ ਕੁਝ ਪਲੂਰਲ ਨਹੀਂ ਬਣਾ ਰਹੇ। ਤਾਂ ਹੁਣ ਦੇਖੋ, ਹੁਣ ਆਪਣੇ ਕੋਲੇ ਚਾਰ ਆਪਸ਼ਨ ਆ ਗਏ। ਹੁਣ ਆਪਾਂ ਪਿਕ ਕਿਵੇਂ ਕਰਨੀ ਹੈ ਉਹ ਦੇਖੋ, ਤੁਹਾਨੂੰ ਕਨਸੈਪਟ ਕਲੀਅਰ। ਤਾਂ ਇਹ ਕਨਸੈਪਟ ਯਾਦ ਕਰਨ ਦਾ ਇੱਕ ਤਰੀਕਾ ਹੈ ਕਿ ਤੁਸੀਂ ਇਹਨੂੰ ਦੋ ਫਾਰਮ ਦੇ ਵਿੱਚ ਲਿਖ ਲੈਣਾ ਹੈ, ਵਨ ਹੂ ਈਟਸ ਮੈਨ ਔਰ ਮੈਨ ਹੂ ਈਟਸ। ਜੇ ਤੁਹਾਡੇ ਕੋਲੇ ਆਬਜੈਕਟ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ, ਹੁਣ ਆਬਜੈਕਟ ਫਾਰਮ ਕਿਵੇਂ ਪਤਾ ਲੱਗੀ? ਹੁਣ ਆਹ ਦੇਖੋ, ਇੱਥੇ ਮੈਨ ਵਰਡ ਜਿਹੜਾ ਆਬਜੈਕਟ ਦੀ ਫਾਰਮ ਦੇ ਵਿੱਚ ਯੂਜ਼ ਕੀਤਾ, ਲਾਸਟ ਦੇ ਉੱਤੇ ਯੂਜ਼ ਕੀਤਾ ਹੈ। ਇੱਥੇ ਆਪਾਂ ਯੂਜ਼ ਕੀਤਾ ਫਰਸਟ ਦੇ ਫਾਰਮ ਦੇ ਵਿੱਚ, ਮਤਲਬ ਇੱਥੇ ਇਹ ਸਬਜੈਕਟ ਦਾ ਕੰਮ ਕਰ ਰਿਹਾ। ਆਪਣੇ ਕੋਲੇ ਸੈਂਟੈਂਸ ਦਾ ਮੀਨਿੰਗ ਹੁੰਦਾ ਵਨ ਹੂ ਈਟਸ ਮੈਨ, ਮੈਨ ਈਟਰ ਦਾ ਮੀਨਿੰਗ ਹੁੰਦਾ ਵਨ ਹੂ ਈਟਸ ਮੈਨ, ਮਤਲਬ ਮੈਨ ਕੀ ਆਬਜੈਕਟ ਹੈ। ਇਟ ਮੀਨਸ ਤੁਸੀਂ ਆਬਜੈਕਟ ਨੂੰ ਪਲੂਰਲ ਕਰੋਗੇ, ਸਬਜੈਕਟ ਨਾਲ ਕੋਈ ਛੇੜਖਾਨੀ ਨਹੀਂ ਕਰਨੀ, ਸਬਜੈਕਟ ਨੂੰ ਐਜ਼ ਇਟ ਇਜ਼ ਰੱਖ ਲੈਣਾ ਹੈ। ਤਾਂ ਮੈਨ ਦਾ ਮੈਨ ਹੀ ਰਹਿ ਗਿਆ, ਈਟਰ ਨੂੰ ਤੁਸੀਂ ਪਲੂਰਲ ਕਰਕੇ ਇਹਦਾ ਵਰਡ ਹੈ ਜਿਹੜਾ ਈਟਰਸ ਯੂਜ਼ ਕਰਨਾ। ਤਾਂ ਮੈਨ ਈਟਰਸ ਹੈ ਜਿਹੜਾ ਇੱਥੇ ਦਾ ਪਲੂਰਲ ਫਾਰਮ ਹੋ ਜਾਏਗਾ। ਸਿਮਿਲਰਲੀ ਤੁਸੀਂ ਅੱਗੇ ਦੇਖੋਗੇ ਨੈਕਸਟ ਵਰਡ ਹੈ ਤੁਹਾਡੇ ਕੋਲੇ ਮੈਨ ਡਰਾਈਵਰ।
ਮੈਨ, ਡਰਾਈਵਰ। ਹੁਣ ਇਹਦਾ ਪਲੂਰਲ ਫਾਰਮ ਕਿਵੇਂ ਬਣਾਓਗੇ? ਤਾਂ ਤੁਹਾਨੂੰ ਦੱਸਿਆ ਵੀ ਜੇ ਤੁਹਾਡੇ ਕੋਲ ਇਸ ਟਾਈਪ ਦੇ ਵਰਡ ਆ ਜਾਣ ਤਾਂ ਤੁਸੀਂ ਕੀ ਕਰੋਗੇ, ਇਹਨਾਂ ਨੂੰ ਦੋ ਫਾਰਮ ਦੇ ਵਿੱਚ ਲਿਖੋਗੇ। ਮੈਨ ਡਰਾਈਵਰ ਦਾ ਮੈਂ ਦੋ ਮੀਨਿੰਗ ਲਿਖਤੀਆਂ, ਇੱਕ ਹੋ ਗਿਆ ਅ ਮੈਨ ਹੂ ਡਰਾਈਵਸ, ਅ ਮੈਨ ਹੂ ਡਰਾਈਵਸ, ਔਰ ਡਰਾਈਵਰ ਹੂ ਇਜ਼ ਅ ਮੈਨ, ਜਾਂ ਫਿਰ ਬਣ ਮੈਨ ਹੂ ਇਜ਼ ਅ ਡਰਾਈਵਰ। ਤਾਂ ਸਿੰਪਲ ਤੁਸੀਂ ਦੇਖ ਸਕਦੇ ਅ ਮੈਨ ਹੂ ਡਰਾਈਵਸ ਮੀਨਿੰਗ ਹੈ ਦਾ, ਜਾਂ ਫਿਰ ਡਰਾਈਵਰ ਹੂ ਇਜ਼ ਅ ਮੈਨ, ਅ ਮੈਨ ਹੂ ਡਰਾਈਵਸ ਔਰ ਡਰਾਈਵਰ ਹੂ ਇਜ਼ ਅ ਮੈਨ। ਤਾਂ ਤੁਸੀਂ ਚੈੱਕ ਕਰੋਗੇ ਇੱਥੇ ਮੈਨ ਡਰਾਈਵਰ ਦਾ ਮੀਨਿੰਗ, ਹੁਣ ਮੈਨ ਡਰਾਈਵਰ ਦਾ ਮਤਲਬ ਕੁਛ ਹੁਣ ਡਰਾਈਵਰ ਹੈ ਕੋਈ ਪਰਸਨ, ਉਹ ਮੈਨ ਹੈ। ਤਾਂ ਹੁਣ ਉਹ ਜੇ ਆਪਣੇ ਕੋਲੇ ਕਹਿ ਲਓ ਵੀ ਕਾਰ ਵਗੈਰਾ ਚਲਾ ਰਿਹਾ, ਬੱਸ ਵਗੈਰਾ ਚਲਾ ਰਿਹਾ, ਕੁਛ ਵੀ ਚਲਾ ਰਿਹਾ, ਬਟ ਹੈਗਾ ਕਿ ਉਹ ਮੈਨ ਹੈ ਤੇ ਹੈਗਾ ਵੀ ਉਹ ਡਰਾਈਵਰ ਹੈ, ਮਤਲਬ ਕੀ ਹੋ ਗਿਆ ਨਾ ਅ ਮੈਨ ਹੂ ਡਰਾਈਵਸ। ਮੈਨ ਡਰਾਈਵਰ ਦਾ ਮੀਨਿੰਗ ਕੀ ਹੈ ਤੁਹਾਡੇ ਕੋਲੇ, ਅ ਮੈਨ ਹੂ ਡਰਾਈਵਸ। ਬੇਸਿਕਲੀ ਤੁਹਾਨੂੰ ਪਤਾ ਹੋਣਾ ਹੈ ਤਾਂ ਇਹਦਾ ਮੀਨਿੰਗ ਵੀ ਇਹੀ ਹੁੰਦਾ ਹੈ, ਅ ਮੈਨ ਹੂ ਡਰਾਈਵਸ, ਡਰਾਈਵਰ ਹੂ ਇਜ਼ ਅ ਮੈਨ ਨਹੀਂ ਹੁੰਦਾ। ਹਾਂਜੀ, ਤਾਂ ਸਿੰਪਲ ਤੁਸੀਂ ਯੂਜ਼ ਕਰੋਗੇ ਅ ਮੈਨ ਹੂ ਡਰਾਈਵਸ। ਤਾਂ ਇੱਥੇ ਤੁਹਾਡੇ ਕੋਲੇ ਜਿਹੜਾ ਅ ਮੈਨ ਵਰਡ ਯੂਜ਼ ਕੀਤਾ ਹੋਇਆ ਹੈ, ਇਹ ਹੈ ਤੁਹਾਡੇ ਕੋਲੇ ਸਬਜੈਕਟ ਫਾਰਮ ਦੇ ਵਿੱਚ ਯੂਜ਼ ਕੀਤਾ ਹੋਇਆ। ਸਬਜੈਕਟ ਹੈ ਤਾਂ ਤੁਸੀਂ ਯੂਜ਼ ਕਰੋਗੇ ਦੋਨੋਂ ਫਾਰਮਸ ਨੂੰ ਪਲੂਰਲ ਫਾਰਮ ਵਿੱਚ। ਤਾਂ ਮੈਨ ਨੂੰ ਵੀ ਪਲੂਰਲ ਕਰੋਗੇ ਦੈਟ ਇਜ਼ ਮੈਨ, ਤੇ ਡਰਾਈਵਰ ਨੂੰ ਵੀ ਪਲੂਰਲ ਕਰੋਗੇ ਦੈਟ ਇਜ਼ ਡਰਾਈਵਰਸ। ਤਾਂ ਇਹਦੀ ਪਲੂਰਲ ਹੋਏਗੀ ਤੁਹਾਡੀ ਦੋਨੋਂ ਫਾਰਮ ਦੇ ਵਿੱਚ। ਜੇ ਸਬਜੈਕਟ ਨੂੰ ਪਲੂਰਲ ਸਬਜੈਕਟ ਫਾਰਮ 'ਚ ਯੂਜ਼ ਕੀਤਾ ਹੋਇਆ ਹੈ, ਤੁਸੀਂ ਦੋਨਾਂ ਨੂੰ ਪਲੂਰਲ ਕਰਨਾ ਹੈ। ਜੇ ਤੁਹਾਡੇ ਕੋਲੇ ਆਬਜੈਕਟ ਫਾਰਮ 'ਚ ਯੂਜ਼ ਕੀਤਾ ਹੈ ਤਾਂ ਤੁਸੀਂ ਸਿੰਪਲ ਆਬਜੈਕਟ ਨੂੰ ਯੂਜ਼ ਕਰਨਾ ਹੈ, ਜਿਵੇਂ ਤੁਹਾਡੇ ਕੋਲੇ ਉੱਪਰ ਵਾਲੇ ਆਪਣੇ ਕੋਲੇ ਜਿਹੜਾ ਆਪਾਂ ਵਰਡ ਕੀਤਾ ਹੈ ਮੈਨ ਈਟਰ ਉਹ ਯੂਜ਼ ਕੀਤਾ ਹੈ। ਹਾਂਜੀ, ਤਾਂ ਹੁਣ ਚੈੱਕ ਕਰੋ ਤੁਸੀਂ ਇੱਧਰ। ਤਾਂ ਹੁਣ ਮੈਨ ਈਟਰ ਤੁਹਾਨੂੰ ਦੇਖ ਹੀ ਰਿਹਾ, ਮੈਨ ਈਟਰ ਦਾ ਤੁਸੀਂ ਕੀ ਬਣਾਇਆ, ਸਿੰਪਲ ਈਟਰ ਨੂੰ ਪਲੂਰਲਾਈਜ਼ ਕੀਤਾ ਦੈਟ ਇਜ਼ ਮੈਨ ਈਟਰ। ਅੱਗੇ ਹੈ ਤੁਹਾਡੇ ਕੋਲੇ ਮੈਨ ਡਰਾਈਵਰ, ਤਾਂ ਤੁਸੀਂ ਇੱਥੇ ਯੂਜ਼ ਕੀਤਾ ਮੈਨ ਨੂੰ ਪਲੂਰਲ ਕੀਤਾ ਤੇ ਡਰਾਈਵਰ ਨੂੰ ਵੀ ਜਿਹੜਾ ਇੱਥੇ ਪਲੂਰਲਾਈਜ਼ ਹੈ ਉਹ ਕੀਤਾ ਹੈ। ਹਾਂਜੀ, ਤਾਂ ਨੈਕਸਟ ਤੁਹਾਡੇ ਕੋਲੇ ਅਗੇਨ ਕੰਪਾਊਂਡ ਨਾउन ਦੀ ਲਿਸਟ ਹੈ, ਕਿਵੇਂ ਤੁਸੀਂ ਸਿੰਗੂਲਰ ਤੇ ਪਲੂਰਲ ਫਾਰਮ ਨੂੰ ਯੂਜ਼ ਕਰਨਾ ਹੈ। ਹਾਂਜੀ, ਤਾਂ ਇੱਥੇ ਤੁਹਾਨੂੰ ਦਿਖ ਰਿਹਾ ਕੁਝ ਕੁ ਰੈਂਕ ਦੇ ਨਾਮ ਹੋ ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਕੁਝ ਕੁ ਪੋਸਟਾਂ ਦੇ ਨਾਮ। ਹਾਂਜੀ, ਸਿੰਗੂਲਰ ਫਾਰਮ ਤੇ ਪਲੂਰਲ ਫਾਰਮ ਹੈ ਜਿਹੜੀ ਅਗੇਨ ਤੁਸੀਂ ਯੂਜ਼ ਕਰਨੀ ਹੈ। ਫਰਸਟ ਹੈ ਐਡਵੋਕੇਟ ਜਨਰਲ, ਤਾਂ ਤੁਹਾਨੂੰ ਪਤਾ ਹੋਣਾ ਐਡਵੋਕੇਟ ਜਨਰਲ ਕੀ ਹੁੰਦਾ ਹੈ। ਸਿੰਪਲੀ ਆਪਣੇ ਕੋਲ ਇੱਕ ਅਟਾਰਨੀ ਜਨਰਲ ਹੁੰਦਾ ਹੈ। ਅਟਾਰਨੀ ਜਨਰਲ ਆਪਣਾ ਕਹਿ ਲਓ ਆਪਣਾ ਸਰਕਾਰੀ ਵਕੀਲ ਜਿਹੜਾ ਆਪਣਾ ਸੈਂਟਰ ਦੇ ਜਿਹੜੇ ਕਹਿ ਲਓ ਮੁਕੱਦਮੇ ਵਗੈਰਾ ਲੜਦਾ ਹੈ। ਸਿਮਿਲਰਲੀ ਆਪਣਾ ਐਡਵੋਕੇਟ ਜਨਰਲ ਹੁੰਦਾ ਜਿਹੜਾ ਸਟੇਟ ਦੇ ਮੁਕੱਦਮੇ ਵਗੈਰਾ ਲੜਦਾ ਹੈ। ਤਾਂ ਹੁਣ ਐਡਵੋਕੇਟ ਜਨਰਲ ਹੈ ਜਿਹੜੀ ਇੱਕ ਪੋਸਟ ਦਾ ਨਾਮ ਹੈ। ਤਾਂ ਇੱਥੇ ਮੇਨ ਵਰਡ ਕੀ ਹੈ, ਇੱਥੇ ਮੇਨ ਵਰਡ ਹੈ ਜੀ ਤੁਹਾਡਾ ਐਡਵੋਕੇਟ। ਤਾਂ ਤੁਸੀਂ ਪਲੂਰਲ ਕਰੋਗੇ ਐਡਵੋਕੇਟ ਨੂੰ, ਤਾਂ ਪਲੂਰਲ ਫਾਰਮ ਹੋਗੀ ਤੁਹਾਡੀ ਐਡਵੋਕੇਟਸ। ਜਨਰਲ ਨੂੰ ਤੁਸੀਂ ਕੁਝ ਨਹੀਂ ਕਹਿਣਾ ਬਿਕਾਜ਼ ਜਨਰਲ ਹੈ ਜਿਹੜਾ ਇੱਥੇ ਮੋਡੀਫਾਇਰ ਦਾ ਕੰਮ ਕਰ ਰਿਹਾ। ਅਗੇਨ ਹੈ ਤੁਹਾਡੇ ਕੋਲੇ ਜਨਰਲ ਮੈਨੇਜਰ, ਇੱਥੇ ਮੇਨ ਵਰਡ ਕਿਹੜਾ ਆਪਾਂ ਮੈਨੇਜਰ ਵਰਡ ਯੂਜ਼ ਕਰਦੇ ਨੇ, ਤਾਂ ਮੈਨੇਜਰ ਹੈ ਜਿਹੜਾ ਉਹ ਮੇਨ ਵਰਡ ਹੈ, ਤੇ ਤੁਸੀਂ ਪਲੂਰਲ ਵੀ ਮੈਨੇਜਰ ਨੂੰ ਕੀ ਕਰੋਗੇ ਤਾਂ ਜਨਰਲ ਮੈਨੇਜਰਸ ਹੈ ਜਿਹੜਾ ਤੁਹਾਡੇ ਇੱਥੇ ਪਲੂਰਲ ਫਾਰਮ ਵਿੱਚ ਯੂਜ਼ ਹੋ ਜਾਏਗਾ। ਅੱਗੇ ਮੇਜਰ ਜਨਰਲ, ਤਾਂ ਹੁਣ ਇੱਥੇ ਪਲੂਰਲ ਵਰਡ ਕਿਹੜਾ ਆਪਣੇ ਕੋਲੇ ਮੇਨ ਨਾउन ਜਿਹੜਾ ਹੈਗਾ ਉਹ ਕਿਹੜਾ ਹੈ, ਤਾਂ ਇੱਥੇ ਹੈ ਜੀ ਮੇਨ ਵਰਡ ਤੁਹਾਡਾ ਜਨਰਲ। ਤਾਂ ਮੇਜਰ ਹੈ ਜਿਹੜਾ ਇੱਥੇ ਮੋਡੀਫਾਇਰ ਦਾ ਕੰਮ ਕਰ ਰਿਹਾ, ਤੁਸੀਂ ਸਿੰਪਲ ਕੀ ਕਰੋਗੇ ਜਨਰਲ ਨੂੰ ਪਲੂਰਲ ਕਰ ਦੋਗੇ ਦੈਟ ਇਜ਼ ਮੇਜਰ ਜਨਰਲ। ਤਾਂ ਅੱਗੇ ਤੁਹਾਡੇ ਕੋਲੇ ਡੈਪੂਟੀ ਡਾਇਰੈਕਟਰ, ਅਗੇਨ ਤੁਸੀਂ ਚੈੱਕ ਕਰੋਗੇ ਮੇਨ ਵਰਡ ਕਿਹੜਾ ਹੈ, ਤਾਂ ਇੱਥੇ ਮੇਨ ਵਰਡ ਹੈ ਤੁਹਾਡਾ ਡਾਇਰੈਕਟਰ, ਤੇ ਡੈਪੂਟੀ ਹੈ ਜਿਹੜਾ ਇੱਥੇ ਆਪਣੇ ਕੋਲੇ ਮੋਡੀਫਾਇਰ ਦਾ ਕੰਮ ਕਰ ਰਿਹਾ, ਤਾਂ ਤੁਸੀਂ ਪਲੂਰਲ ਕਿਹਨੂੰ ਕਰੋਗੇ ਡਾਇਰੈਕਟਰ ਨੂੰ, ਤਾਂ ਇਹ ਬਣ ਜਾਏਗਾ ਡੈਪੂਟੀ ਡਾਇਰੈਕਟਰ। ਅੱਗੇ ਤੁਹਾਡੇ ਕੋਲੇ ਕੋਰਟ ਮਾਰਸ਼ਲ, ਅਗੇਨ ਚੈੱਕ ਕਰੋਗੇ ਕਿਹੜਾ ਵਰਡ ਹੈ ਜਿਹੜਾ ਤੁਹਾਡਾ ਮੇਨ ਵਰਡ ਹੈ, ਤਾਂ ਇੱਥੇ ਮੇਨ ਵਰਡ ਹੈ ਤੁਹਾਡਾ ਕੋਰਟ, ਤਾਂ ਤੁਸੀਂ ਪਲੂਰਲ ਕਰੋਗੇ ਕੋਰਟ ਨੂੰ। ਮਾਰਸ਼ਲ ਵਰਡ ਮੋਡੀਫਾਇਰ ਦਾ ਕੰਮ ਕਰ ਰਿਹਾ ਉਹ ਵੀ ਰਹਿ ਜਾਊਗਾ, ਤਾਂ ਕੋਰਟਸ ਮਾਰਸ਼ਲ ਆ ਜਾਂਦਾ, ਇਹਦੀ ਪਲੂਰਲ ਫਾਰਮ ਹੋ ਜਾਏਗੀ। ਹਾਂਜੀ, ਇਹ ਕੁਝ ਰੈਂਕ ਦੇ ਨਾਮ ਹੈ। ਜੇ ਤਾਂ ਤੁਹਾਨੂੰ ਇਹ ਵਾਲਾ ਕੰਸੈਪਟ ਪਤਾ ਹੈ ਵੀ ਮੇਨ ਵਰਡ ਕਿਹੜਾ ਹੈ ਤੇ ਜਿਹੜਾ ਆਪਣੇ ਕੋਲੇ ਸਿੰਪਲ ਉਹਦਾ ਮੋਡੀਫਾਇਰ ਦਾ ਕੰਮ ਕਰ ਰਿਹਾ ਉਹ ਕਿਹੜਾ ਹੈ, ਫਿਰ ਤਾਂ ਤੁਸੀਂ ਇਹਨਾਂ ਨੂੰ ਈਜ਼ੀਲੀ ਆਇਡੈਂਟੀਫਾਈ ਕਰ ਸਕਦੇ ਹੋ ਤੇ ਈਜ਼ੀਲੀ ਜਿਹੜਾ ਇਹਨਾਂ ਦਾ ਆਨਸਰ ਟਿਕ ਕਰ ਸਕਦੇ ਹੋ ਵੀ ਕਿਹੜੀ ਚੀਜ਼ ਨੂੰ ਪਲੂਰਲ ਕਰਕੇ ਤੁਸੀਂ ਕੀ ਚੀਜ਼ ਬਣਾਉਣੀ ਹੈ। ਤੇ ਬਾਕੀ ਬਟ ਜੇ ਤੁਹਾਨੂੰ ਨਹੀਂ ਪਤਾ ਵੀ ਕਿਹੜਾ ਵਰਡ ਮੇਨ ਹੈ ਜਾਂ ਕਿਹੜੇ ਵਰਡ ਦੇ ਵਿੱਚ ਕਿਹੜੇ ਵਰਡ ਨੂੰ ਤੁਸੀਂ ਐਜ਼ ਅ ਮੋਡੀਫਾਇਰ ਯੂਜ਼ ਕਰ ਰਹੇ ਹੋ, ਤਾਂ ਪਲੀਜ਼ ਕੋਸ਼ਿਸ਼ ਕਰਿਓ ਕਿ ਇਹਨਾਂ ਨੂੰ ਯਾਦ ਹੀ ਕਰਦੇ ਕੁਛ ਜ਼ਿਆਦਾ ਰੈਂਕ ਨਹੀਂ ਹੈਗੇ, ਤਾਂ ਇਹਨਾਂ ਨੂੰ ਤੁਸੀਂ ਜ਼ਿਆਦਾ ਜਿਹੜਾ ਉਹ ਕਰ ਸਕਦੇ ਹੋ। ਬੇਸਿਕਲੀ ਤੁਸੀਂ ਯਾਦ ਕੀ ਰੱਖਣਾ ਹੈ ਕਿ ਕਿਹੜਾ ਵਰਡ ਮੇਨ ਹੈ, ਤੁਸੀਂ ਮੇਨ ਨੂੰ ਪਲੂਰਲ ਕਰ ਦੇਣਾ ਕੰਪਾਊਂਡ ਫਾਰਮ ਦੇ ਵਿੱਚ, ਤੇ ਜਿਹੜਾ ਤੁਹਾਡੇ ਕੋਲੇ ਸਿੰਪਲ ਨਾउन ਹੋਏਗਾ ਉਹਨੂੰ ਤੁਸੀਂ ਐਜ਼ ਇਟ ਇਜ਼ ਜਿਹੜਾ ਉਹ ਰੱਖ ਲੈਣਾ ਹੈ, ਮਤਲਬ ਮੋਡੀਫਾਇਰ ਵਾਲਾ ਨਾउन ਹੈ ਜਿਹੜਾ ਉਹਨੂੰ ਤੁਸੀਂ ਪਲੂਰਲ ਨਹੀਂ ਕਰੋਗੇ। ਹਾਂਜੀ, ਤਾਂ ਹੁਣ ਅੱਗੇ ਤੁਹਾਨੂੰ ਇੱਕ ਲਿਸਟ ਦਿਖ ਰਹੀ ਹੈ, ਇਹਦੇ ਵਿੱਚ ਅਗੇਨ ਕੰਪਾਊਂਡ ਨਾउन ਦਿੱਤੇ ਹੋਏ ਆ ਤੇ ਉਹਨਾਂ ਦੀ ਯੂਜ਼ ਕੀਤੀ ਹੋਈ ਹੈ ਸਿੰਗੂਲਰ ਤੇ ਪਲੂਰਲ ਫਾਰਮ। ਤਾਂ ਸਿੰਗੂਲਰ ਫਾਰਮ ਦੇ ਵਿੱਚ ਜਿਵੇਂ ਤੁਹਾਡੇ ਕੋਲੇ ਵਰਡ ਹੈ ਫਰਸਟ ਮਦਰ ਇਨ ਲਾਅ, ਇਹ ਮੋਸਟ ਇੰਪੋਰਟੈਂਟ ਲਿਸਟ। ਇੱਕ ਆਪਣੇ ਕੋਲੇ ਰੈਂਕ ਵਾਲੀ ਲਿਸਟ ਕੀਤੀ ਆਪਾਂ, ਇੱਕ ਹੋ ਗਈ ਇਹ ਵਾਲੀ ਲਿਸਟ, ਤਾਂ ਇਹ ਮੋਸਟ ਇੰਪੋਰਟੈਂਟ ਲਿਸਟ ਨੇ, ਇਹਨਾਂ ਦੇ ਵਿੱਚੋਂ ਕੁਐਸਚਨ ਆ ਜਿਹੜੇ ਆਉਣ ਦੇ ਚਾਂਸਸ ਹੁੰਦੇ ਆ। ਹਾਂਜੀ, ਤਾਂ ਇਹਨਾਂ ਨੂੰ ਧਿਆਨ ਨਾਲ ਕਰਨਾ ਹੈ। ਤਾਂ ਹੁਣ ਦੇਖੋ ਜੇ ਤੁਹਾਡੇ ਕੋਲੇ ਕੁਐਸਚਨ ਦੇ ਵਿੱਚ ਜਾਂ ਆਪਾਂ ਕਹ ਲਓ ਸਿੰਗੂਲਰ ਫਾਰਮ ਦਿੱਤੀ ਹੋਈ ਆ ਮਦਰ ਇਨ ਲਾਅ, ਫਾਦਰ ਇਨ ਲਾਅ, ਬ੍ਰਦਰ ਇਨ ਲਾਅ, ਸਿਸਟਰ ਇਨ ਲਾਅ, ਤਾਂ ਇਹਨਾਂ ਦੀ ਪਲੂਰਲ ਫਾਰਮ ਤੁਸੀਂ ਕਿਵੇਂ ਬਣਾਓਗੇ, ਤਾਂ ਤੁਸੀਂ ਸਿੰਪਲ ਚੈੱਕ ਕਰਨਾ ਵਰਡ ਮਦਰ, ਫਾਦਰ, ਬ੍ਰਦਰ ਔਰ ਸਿਸਟਰ, ਤੇ ਇਹਨਾਂ ਨਾਲ ਚੱਕ ਕੇ ਕੀ ਲਾਣੀ ਹੈ ਐਸ, ਮਤਲਬ ਇਹਨਾਂ ਨੂੰ ਪਲੂਰਲਾਈਜ਼ ਕਰ ਦੇਣਾ।
ਮਦਰਸ ਇਨ ਲਾ, ਬ੍ਰਦਰਸ ਇਨ ਲਾ, ਫਾਦਰਸ ਇਨ ਲਾ ਐਂਡ ਸਿਸਟਰਸ ਇਨ ਲਾ ਜਿਹੜਾ ਆਪਾਂ ਯੂਜ਼ ਕਰਾਂਗੇ। ਮਦਰ ਇਨ ਲਾ ਦਾ ਪਲੂਰਲ ਹੋ ਗਿਆ ਮਦਰਸ ਇਨ ਲਾ, ਫਾਦਰ ਇਨ ਲਾ ਦਾ ਫਾਦਰਸ ਇਨ ਲਾ, ਬ੍ਰਦਰ ਇਨ ਲਾ ਦਾ ਬ੍ਰਦਰਸ ਇਨ ਲਾ, ਸਿਸਟਰ ਇਨ ਲਾ ਦਾ ਸਿਸਟਰਸ ਇਨ ਲਾ। ਤਾਂ ਤੁਸੀਂ ਇੱਥੇ ਯੂਜ਼ ਕਰੋਗੇ ਇਹ ਵਾਲੀ ਚੀਜ਼। ਮਦਰ ਇਨ ਲਾ ਦਾ ਕਦੇ ਵੀ ਤੁਸੀਂ ਫਾਦਰ ਇਨ ਲਾ ਨਹੀਂ ਬਣਾਉਣਾ। ਮਦਰ ਇਨ ਲॉज वर्ड है जेड़ा यूज नहीं करोगे, तुसी यूज करोगे इन्हां वर्ड्स दे नाल एस दा लॉज दे नाल आ वाली चीज दे नाल ऐसे यूज है जेड़ी तुसी नहीं करनी। हाँ जी, तो ये रॉन्ग हो जाएगा। तो तुसी किवें यूज करना है तुहानू ये चीज समझ आ गई होएगी। हाँ जी, तो हुण देखते हैं आपां कुछ क्वेश्चन। क्वेश्चन नंबर 1 ਤਾਂ ਇੱਥੇ ਦੇਖੋ ਤੁਹਾਡੇ ਕੋਲੇ ਫਰਸਟ ਕੁਐਸਚਨ ਦੇ ਵਿੱਚ ਕੀ ਯੂਜ਼ ਕੀਤਾ ਹੋਇਆ ਹੈ ਆਕਸਸ ਆਰ ਯੂਜ਼ਡ ਟੂ ਪੁੱਲ ਦਾ ਫਾਰਮ ਕਾਟ। ਹਾਂਜੀ, ਤਾਂ ਆਪਾਂ ਯੂਜ਼ ਕੀਤਾ ਹੈ ਵਰਡ ਆਕਸਸ। ਅੱਗੇ ਵਰਡ ਯੂਜ਼ ਕੀਤਾ ਹੈ ਆਰ ਮਤਲਬ ਕਿ ਯੂਜ਼ ਕੀਤਾ ਹੋਇਆ ਆਕਸ ਵਰਡ ਨੂੰ ਆਪਾਂ ਪਲੂਰਲ ਫਾਰਮ 'ਚ ਯੂਜ਼ ਕੀਤਾ ਹੈ। ਤਾਂ ਆਪਾਂ ਆਕਸ ਵਰਡ ਦਾ ਪਲੂਰਲ ਕੀ ਕੀਤਾ ਆਕਸ ਦਾ ਆਕਸਸ ਨਹੀਂ ਹੁੰਦਾ, ਇਹ ਤੁਹਾਨੂੰ ਪਹਿਲਾਂ ਵੀ ਦੱਸਦਾ ਸੀ ਮੈਂ। ਤਾਂ ਇੱਥੇ ਇਹਦਾ ਪਲੂਰਲ ਹੁੰਦਾ ਹੈ ਆਕਸਨ। ਆਕਸ ਦਾ ਪਲੂਰਲ ਫਾਰਮ ਹੁੰਦਾ ਹੈ ਆਕਸਨ। ਆਕਸਸ ਦਾ ਵਰਡ ਹੀ ਹੈ ਨਹੀਂ ਤਾਂ ਤੁਸੀਂ ਯੂਜ਼ ਕੀ ਕਰਨਾ ਹੈ ਆਕਸਨ ਦਾ ਯੂਜ਼ ਕਰਨਾ ਹੈ। ਆਕਸਸ ਦਾ ਯੂਜ਼ ਇੱਥੇ ਨਹੀਂ ਹੋਊਗਾ। ਤਾਂ ਇੱਥੇ ਜਿਹੜੀ ਵਰਬ ਯੂਜ਼ ਕੀਤੀ ਸੀ ਉਹ ਦੱਸ ਰਹੀ ਸੀ ਵੀ ਇਹ ਕੀ ਆਪਣੇ ਕੋਲ ਪਲੂਰਲ ਫਾਰਮ ਯੂਜ਼ ਕੀਤਾ ਹੈ ਤਾਂ ਤੁਸੀਂ ਯੂਜ਼ ਕਰੋਗੇ ਆਕਸਨ। ਆਕਸਨ ਆਰ ਯੂਜ਼ਡ ਟੂ ਪੁੱਲ ਦਾ ਫਾਰਮ ਕਾਰਟ। ਤਾਂ ਇਹ ਪਾਰਟ ਦੇ ਵਿੱਚ ਐਰਰ ਸੀ ਤੇ ਇਹਨੂੰ ਕਰੈਕਸ਼ਨ ਕਿਵੇਂ ਕਰਨਾ ਹੈ ਆਕਸਸ ਦੀ ਥਾਂ ਤੇ ਤੁਸੀਂ ਆਕਸਸ ਦੀ ਥਾਂ ਤੇ ਤੁਸੀਂ ਆਕਸਨ ਵਰਡ ਹੈ ਜਿਹੜਾ ਉੱਥੇ ਯੂਜ਼ ਕਰੋਗੇ। हाँ जी, तो नेक्स्ट है ਤੁਹਾਡੇ ਕੋਲੇ सेकंड नंबर क्वेश्चन चेक करो। all her brother-in-laws are beautiful to look at। हाँ जी, ਤਾਂ ਅਗੇਨ ਆਪਣੇ ਕੋਲੇ ਯੂਜ਼ ਕੀਤੇ ਹੋਇਆ ਕਿ ਕੰਪਾਊਂਡ ਨਾउन ਦਾ ਯੂਜ਼ ਕੀਤਾ ਹੋਇਆ brother in laws। ਆਪਾਂ ਪਿੱਛੇ ਕੀਤੇ ਹੈਗੇ ਕੁਝ ਕੰਪਾਊਂਡ ਨਾउन। ਉੱਥੇ ਆਪਾਂ ਕੀਤਾ ਸੀ ਜਿਵੇਂ ਮਦਰ ਇਨ ਲਾ, ਫਾਦਰ ਇਨ ਲਾ, ਬ੍ਰਦਰ ਇਨ ਲਾ, ਸਿਸਟਰ ਇਨ ਲਾ। ਤਾਂ ਉੱਥੇ ਆਪਾਂ ਪਲੂਰਲ ਫਾਰਮ ਕਿਵੇਂ ਬਣਾਈ ਸੀ ਆਹ ਵਾਲੇ ਵਰਡ ਦੇ ਨਾਲ ਐਸੇ ਯੂਜ਼ ਕੀਤਾ ਸੀ ਮਦਰ, ਫਾਦਰ, ਬ੍ਰਦਰ, ਸਿਸਟਰ ਇਹਨਾਂ ਦੇ ਨਾਲ ਆਪਾਂ ਐਸ ਵਰਡ ਯੂਜ਼ ਕਰਨਾ ਹੈ। ਲਾ ਦੇ ਨਾਲ ਐਸੇ ਯੂਜ਼ ਨਹੀਂ ਹੋਏਗਾ। ਤਾਂ ਤੁਹਾਡੀ ਐਰਰ ਹੈ ਇਹ ਪਾਰਟ ਦੇ ਵਿੱਚ। ਹੁਣ ਇੱਥੇ ਗੱਲ ਕਿਹਦੀ ਕੀਤੀ ਜਾ ਰਹੀ ਹੈ ਸਿੰਗੂਲਰ ਐਜ਼ ਅ ਪਲੂਰਲ ਉਹ ਦੱਸੇਗਾ ਤੁਹਾਨੂੰ ਡਿਟਰਮੀਨਰ। ਤਾਂ ਇੱਥੇ ਵਰਡ ਯੂਜ਼ ਕੀਤਾ ਹੋਇਆ ਡਿਟਰਮੀਨਰ ਹੈ ਜਿਹੜਾ ऑल। ऑल ਦਾ ਮਤਲਬ ਹੋ ਗਿਆ ਜ਼ਿਆਦਾ ਜਾਣੇ ਇੱਕ ਜਾਣਾ ਨਹੀਂ ਹੈਗਾ। ਵਨ ਵਰਡ ਯੂਜ਼ ਨਹੀਂ ਕੀਤਾ ਹੋਇਆ ਤਾਂ ਤੁਸੀਂ ਯੂਜ਼ ਕਰੋਗੇ ਪਲੂਰਲ ਫਾਰਮ ਦਾ ਮਤਲਬ ਤੁਹਾਡੇ ਕੋਲ ਆਏਗਾ ਬ੍ਰਦਰਸ ਇਨ ਲਾ। all her brothers in law are beautiful to look at। ਤਾਂ ਇਹ ਪਾਰਟ ਦੇ ਵਿੱਚ ਐਰਰ ਕਰੈਕਸ਼ਨ ਕੀ ਹੋਈ ਤੁਸੀਂ ਯੂਜ਼ ਕੀਤਾ ਪਲੂਰਲ ਫਾਰਮ ਦਾ that is brothers in law। ਹਾਂਜੀ, ਤਾਂ थर्ड नंबर क्वेश्चन है। हाँ जी, तो चेक करो थोड़ा सा लेंथी है ਤਾਂ ਬਟ ਐਰਰ ਫਾਈਂਡ ਆਊਟ ਕਰਨੀ ਹੈ ਤੁਸੀਂ। ਦੇਖੋ ਹੁਣ ਐਰਰ ਇੱਥੇ ਕਿਹਦੇ ਵਿੱਚ the speaker of the ਲੋਕ ਸਭਾ had a meeting with the secretary generals of all the parties। हाँ जी, ਤਾਂ ਹੁਣ ਇੱਥੇ ਵਰਡ ਯੂਜ਼ ਕੀਤਾ ਹੋਇਆ ਆਪਣੇ ਕੋਲੇ ਕੰਪਾਊਂਡ ਨਾउन that is secretary generals। ਤਾਂ ਹੁਣ ਆਪਾਂ ਸੈਕਟਰੀ ਵਰਡ ਯੂਜ਼ ਕਰਦੇ ਹਾਂ। ਸੈਕਟਰੀ ਹੈ ਜਿਹੜਾ ਮੇਨ ਨਾउन ਹੈ। ਅਗੇਨ ਮੈਂ ਤੁਹਾਨੂੰ ਰੈਂਕ ਵਾਲਾ ਦੱਸਿਆ ਸੀ ਜੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੇਨ ਕਿਹੜਾ ਹੈ ਤੇ ਮੋਡੀਫਾਇਰ ਕਿਹੜਾ ਹੈ ਫਿਰ ਤਾਂ ਵੈਲ ਐਂਡ ਗੁੱਡ ਤੁਸੀਂ ਈਜ਼ੀਲੀ ਉਹਦੇ ਵਿੱਚ ਐਰਰ ਫਾਈਂਡ ਆਊਟ ਕਰ ਸਕਦੇ ਹੋ ਜੋ ਪਲੂਰਲ ਫਾਰਮ ਚ ਯੂਜ਼ ਕਰ ਸਕਦੇ ਹੋ। ਬਟ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਕਿਹੜਾ ਮੇਨ ਵਰਡ ਹੈ ਤੇ ਕਿਹੜਾ ਜਿਹੜਾ ਮੋਡੀਫਾਇਰ ਦਾ ਕੰਮ ਕਰ ਰਿਹਾ ਹੈ ਤਾਂ ਤੁਸੀਂ ਇਹਨਾਂ ਨੂੰ ਕੀ ਕਰ ਲੈਣਾ ਯਾਦ ਕਰ ਲੈਣਾ ਕਿਉਂਕਿ ਰੈਂਕਸ ਜ਼ਿਆਦਾ ਨਹੀਂ ਹੈਗੇ ਤਾਂ ਤੁਹਾਡੇ ਈਜ਼ੀਲੀ ਜਿਹੜੇ ਇਹ ਯਾਦ ਹੋਣਗੇ। ਤਾਂ ਹੁਣ ਆਪਣੇ ਕੋਲ ਇੱਥੇ ਹੈਗਾ ਵਰਡ ਸੈਕਟਰੀ ਜਨਰਲ। ਤਾਂ ਇਹ ਇੱਕ ਰੈਂਕ ਦਾ ਨਾਮ ਹੈ। ਅਗੇਨ ਆਪਣੇ ਕੋਲੇ ਮੇਨ ਵਰਡ ਹੈ ਜਿਹੜਾ ਇੱਥੇ ਮੇਨ ਨਾਮ ਦਾ ਕੰਮ ਕਰ ਰਿਹਾ ਸੈਕਟਰੀ ਤੇ ਜਨਰਲ ਹੈ ਜਿਹੜਾ ਇੱਥੇ ਮੋਡੀਫਾਇਰ ਹੈ। ਜਨਰਲ ਵਰਡ ਹੈ ਜਿਹੜਾ ਕਿ ਮੋਡੀਫਾਇਰ ਹੈ ਤੇ ਮੇਨ ਨਾਮ ਹੈ ਜਿਹੜਾ ਉੱਥੇ ਤੁਹਾਡਾ ਸੈਕਟਰੀ ਹੈ। ਤਾਂ ਸੈਕਟਰੀ ਨੂੰ ਤੁਸੀਂ ਪਲੂਰਲ ਯੂਜ਼ ਕਰੋਗੇ ਜਨਰਲ ਦੇ ਨਾਲ ਐਸ ਯੂਜ਼ ਕਰਕੇ ਤੁਸੀਂ ਪਲੂਰਲ ਨਹੀਂ ਬਣਾਓਗੇ। ਤਾਂ ਹੁਣ ਇੱਥੇ ਆਪਾਂ ਨੂੰ ਪਤਾ ਕਿਵੇਂ ਲੱਗੂ ਕਿ ਇਹ ਪਲੂਰਲ ਫਾਰਮ ਚ ਯੂਜ਼ ਕੀਤਾ ਜਾਂ ਸਿੰਗੂਲਰ ਚ ਯੂਜ਼ ਕੀਤਾ ਕਿਉਂਕਿ ਸੈਕਟਰੀ ਜਨਰਲ ਵੀ ਆ ਸਕਦੇ ਜੇ ਸਿੰਗੂਲਰ ਯੂਜ਼ ਕੀਤਾ ਹੋਇਆ। ਤਾਂ ਹਾਂਜੀ ਆਪਾਂ ਚੈੱਕ ਕਰਾਂਗੇ। ਹੁਣ ਇੱਥੇ ਗੱਲ ਕੀਤੀ ਹੋਈ ਹੈ ਦ ਸਪੀਕਰ ਆਫ ਦੀ ਲੋਕ ਸਭਾ ਹੈਡ ਅ ਮੀਟਿੰਗ ਵਿਦ ਦਾ ਸੈਕਟਰੀ ਜਨਰਲਸ ਆਫ ਆਲ ਦਾ ਪਾਰਟੀਜ਼। ਸਾਰੀਆਂ ਪਾਰਟੀਆਂ ਦੇ ਇਟ ਮੀਨਸ ਉਹ ਪਲੂਰਲ ਹੋਣਗੇ ਇੱਕ ਪਾਰਟੀ ਦਾ ਨਹੀਂ। ਜੇ ਇੱਕ ਪਾਰਟੀ ਦਾ ਹੁੰਦਾ ਤਾਂ ਸਿੰਪਲ ਤੁਸੀਂ ਸਿੰਗੂਲਰ ਫਾਰਮ ਚ ਯੂਜ਼ ਕਰਨਾ ਸੀ। ਜਿਹੜਾ ਆਲ ਦਾ ਪਾਰਟੀਜ਼ ਵਰਡ ਯੂਜ਼ ਕੀਤਾ ਇਟ ਮੀਨਸ ਉਹ ਪਲੂਰਲ ਚ ਯੂਜ਼ ਕਰ ਰਿਹਾ। ਤਾਂ ਪਲੂਰਲ ਯੂਜ਼ ਕੀਤਾ ਤਾਂ ਤੁਸੀਂ ਸੈਕਟਰੀ ਜਨਰਲ ਦੀ ਪਲੂਰਲ ਫਾਰਮ ਯੂਜ਼ ਕਰੋਗੇ that is secretaries general। secretaries general of all the parties। ਤਾਂ ਬੀ ਪਾਰਟ ਦੇ ਵਿੱਚ ਐਰਰ ਹੈ ਤੇ ਤੁਸੀਂ ਚੈੱਕ ਕੀ ਕਰਨੀ ਹੈ ਇਹਦੇ ਵਿੱਚ ਕਰੈਕਸ਼ਨ ਕੀ ਕਰਨੀ ਹੈ ਤੁਸੀਂ ਸੈਕਟਰੀ ਜਨਰਲ ਯੂਜ਼ ਨਹੀਂ ਕਰੋਗੇ ਯੂਜ਼ ਕਰੋਗੇ secretaries general। secretaries general ਓਕੇ। ਹਾਂਜੀ ਤਾਂ ਕਲੀਅਰ ਹੈ ਆਈ ਥਿੰਕ ਥਰਡ ਕੁਐਸਚਨ ਤੁਹਾਡਾ ਕਲੀਅਰ ਹੋ ਗਿਆ ਹੋਵੇਗਾ। ਤਾਂ ਤੁਸੀਂ ਆਪਾਂ ਦੇਖਾਂ ਹੁਣ ਆਪਣਾ ਫੋਰਥ ਕੁਐਸਚਨ। ਤਾਂ ਦੇਖੋ ਫੋਰਥ ਕੁਐਸਚਨ ਦੇ ਵਿੱਚ ਕੀ ਐਰਰ ਹੈ the royal guests will be waited on by the most loyal 10 servants। ਤੇ ਤੁਹਾਡੇ ਕੋਲ ਡੀ ਪਾਰਟ ਹੈ no error। ਆਪਾਂ ਹੁਣ ਕੰਪਾਊਂਡ ਨਾउन ਕੀਤੇ ਆ ਉਹਦੇ ਵਿੱਚ ਆਪਾਂ ਇੱਕ ਮੈਨ ਲਿਖ ਕੀਤਾ ਸੀ ਮੈਨ ਡਰਾਈਵਰ ਕੀਤਾ ਸੀ। ਹੁਣ ਇੱਥੇ ਆਪਣੇ ਕੋਲੇ ਵਰਡ ਉਵੇਂ ਹੈ ਮੈਨ ਸਰਵੈਂਟਸ। ਤਾਂ ਹੁਣ ਇੱਥੇ ਮੈਨ ਸਰਵੈਂਟ ਸਰਵੈਂਟ ਆਪਣੇ ਕੋਲੇ ਕੀ ਆ ਗਿਆ ਸਿੰਗੂਲਰ ਹੋ ਗਿਆ। ਮੈਨ ਸਰਵੈਂਟ ਕੀ ਹੋ ਗਿਆ ਸਿੰਗੂਲਰ ਹੋ ਗਿਆ। ਤਾਂ ਹੁਣ ਇਹਨੂੰ ਅਗੇਨ ਮੈਂ ਤੁਹਾਨੂੰ ਦੋ ਤਰੀਕੇ ਦੱਸੇ ਸੀ ਵੀ ਤੁਸੀਂ ਇਹਨਾਂ ਨੂੰ ਦੋ ਫਰੇਜ਼ਸ ਬਣਾ ਲੈ। ਮੈਨ ਸਰਵੈਂਟ ਦਾ ਮੀਨਿੰਗ ਕੀ ਹੋ ਸਕਦਾ ਅ ਮੈਨ ਹੂ ਸਰਵਸ
who serve or one who serve men। ਇਹਦਾ ਮੀਨਿੰਗ ਕੀ ਹੈ? ਇਹਦਾ ਮੀਨਿੰਗ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਅ ਮੈਨ ਹੂ ਸਰਵਸ। ਮੈਨ ਸਰਵੈਂਟ ਦਾ ਮਤਲਬ ਕੀ ਹੁੰਦਾ ਹੈ? ਇਹੋ ਜਿਹਾ ਪਰਸਨ ਜਿਹੜਾ ਕਹਿ ਲਓ ਸਿੰਪਲ ਤੁਸੀਂ ਨੌਕਰ ਜਿਹੜਾ ਕਿ ਇੱਕ ਮੇਲ ਕੈਟਾਗਰੀ ਦਾ ਹੋਵੇ। ਤਾਂ ਹੁਣ ਮੇਲ ਨੌਕਰ ਚ ਤੁਸੀਂ ਯੂਜ਼ ਕਰੋਗੇ ਵਰਡ ਮੈਨ ਸਰਵੈਂਟ। ਇਟ ਮੀਨਸ ਤੁਹਾਡੇ ਕੋਲ ਅ ਮੈਨ ਵਰਡ ਯੂਜ਼ ਹੋ ਰਿਹਾ ਪਹਿਲਾਂ, ਤਾਂ ਇਹ ਸਬਜੈਕਟ ਹੈ, ਤਾਂ ਤੁਸੀਂ ਸਬਜੈਕਟ ਫਾਰਮ ਯੂਜ਼ ਕੀਤੀ ਹੈ। ਤਾਂ ਤੁਹਾਨੂੰ ਦੱਸਿਆ ਸੀ ਦੋਵਾਂ ਕਰੋਗੇ, ਮੈਨ ਦਾ ਤੁਹਾਡੇ ਕੋਲ ਮੈਨ ਬਣ ਜਾਏਗਾ, ਸਰਵੈਂਟ ਦੇ ਵਾਸਤੇ ਤੁਸੀਂ ਬਣਾ ਲਓਗੇ ਦਾ ਸਰਵੈਂਟਸ। ਤਾਂ ਤੁਹਾਡੇ ਕੋਲੇ ਵਰਡ ਮੈਨ ਸਰਵੈਂਟ ਹੋਏਗਾ ਜੇ ਕਿਸੇ ਨੇ ਪਲੂਰਲ ਫਾਰਮ ਚੂਜ਼ ਕਰ ਲਓ। ਤਾਂ ਅਗੇਨ ਤੁਸੀਂ ਚੈੱਕ ਕਰੋਗੇ, ਦ ਰੋਇਲ ਗੈਸਟਸ ਵਿਲ ਬੀ ਵੇਟਡ ਔਨ ਬਾय ਦੀ ਮੋਸਟ ਲੋਇਲ ਮੈਨ ਸਰਵੈਂਟਸ। नो, ਤਾਂ ਇੱਥੇ ਤੁਸੀਂ ਯੂਜ਼ ਕਰੋਗੇ ਮੈਨ ਦਾ ਵੀ ਪਲੂਰਲ ਫਾਰਮ, ਦੈਟ ਇਜ਼ ਮੈਨ ਸਰਵੈਂਟਸ। ਹਾਂਜੀ, ਤਾਂ ਸੀ ਪਾਰਟ ਦੇ ਵਿੱਚ ਐਰਰ ਸੀ ਤੇ ਤੁਸੀਂ ਕਰੈਕਸ਼ਨ ਕੀ ਕੀਤੀ ਹੈ? ਪਲੂਰਲ ਫਾਰਮ ਯੂਜ਼ ਕੀਤੀ ਹੈ, ਮੈਨ ਸਰਵੈਂਟਸ ਨਹੀਂ ਹੋਏਗੀ, ਮੈਨ ਸਰਵੈਂਟਸ ਤੁਸੀਂ ਯੂਜ਼ ਇੱਥੇ ਕਰੋਗੇ। ਆਈ ਥਿੰਕ ਤੁਹਾਡਾ ਇਹ ਵਾਲਾ ਟੌਪਿਕ ਕਲੀਅਰ ਹੋ ਗਿਆ ਹੋਵੇਗਾ ਕਿ ਤੁਸੀਂ ਸਿੰਗੂਲਰ ਤੇ ਪਲੂਰਲ ਫਾਰਮ ਦੇ ਵਿੱਚ ਕੰਪਾਊਂਡ ਨਾउन ਨੂੰ ਕਿਵੇਂ ਯੂਜ਼ ਕਰਨਾ ਹੈ ਤੇ ਸਿੰਪਲ ਨਾउन ਜਿਹੜਾ ਆਪਾਂ ਕਿਵੇਂ ਯੂਜ਼ ਕਰਨਾ ਹੈ। ਸਿੰਪਲ ਨਾउन ਨੂੰ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਨਾ ਆਪਣਾ ਈਜ਼ੀਲੀ ਹੋ ਜਾਂਦਾ ਹੈ, ਬਟ ਜਦੋਂ ਆਪਾਂ ਗੱਲ ਆ ਜਾਂਦੀ ਹੈ ਆਪਣੇ ਕੋਲੇ ਕੰਪਾਊਂਡ ਨਾउन ਦੀ, ਤਾਂ ਉੱਥੇ ਆਪਾਂ ਨੂੰ ਥੋੜਾ ਜਿਹਾ ਜਿਹੜਾ ਹੈਗਾ ਧਿਆਨ ਨਾਲ ਕਰਨ ਦੀ ਲੋੜ ਪੈਂਦੀ ਹੈ, ਬਿਕੋਜ਼ ਉੱਥੇ ਐਰਰ ਵਾਲਾ ਜਿਹੜਾ ਐਰਰ ਨੂੰ ਕਰੈਕਟ ਕਰਨਾ ਜਾਂ ਫਿਰ ਐਰਰ ਫਾਈਂਡ ਆਊਟ ਕਰਨੀ, ਉਹ ਤੁਹਾਡੇ ਪ੍ਰੈਕਟਿਸ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਤੁਸੀਂ ਕੰਪਾਊਂਡ ਨਾउन ਨੂੰ ਪਲੂਰਲ ਫਾਰਮ ਵਿੱਚ ਯੂਜ਼ ਕਰਨਾ ਸਿੱਖ ਲਿਆ ਜਾਂ ਫਿਰ ਨਹੀਂ। ਤਾਂ ਹਾਂਜੀ, ਤਾਂ ਆਪਣਾ ਅੱਗੇ ਨੈਕਸਟ ਕੰਸੈਪਟ ਹੈ ਅਪੋਸਟ੍ਰੋਫੀ ਵਾਲਾ। ਨਾउन्स ਨੂੰ ਪਲੂਰਲ ਤੇ ਸਿੰਗੂਲਰ ਫਾਰਮ ਦੇ ਵਿੱਚ ਯੂਜ਼ ਕਰਨਾ ਆਪਾਂ ਸਿੱਖ ਲਿਆ। ਅੱਗੇ ਆਪਾਂ ਕੰਸੈਪਟ ਕਰਾਂਗੇ ਜੀ ਅਪੋਸਟ੍ਰੋਫੀ। ਹੁਣ ਅਪੋਸਟ੍ਰੋਫੀ ਹੁੰਦੀ ਕੀ ਹੈ? ਆਪਾਂ ਬੇਸਿਕਲੀ ਕੋਈ ਵਰਡ ਯੂਜ਼ ਕਰਦੇ ਹਾਂ, ਜਿਵੇਂ ਮੈਂ ਯੂਜ਼ ਕਰ ਲਿਆ ਬॉयਜ਼, ਤਾਂ ਹੁਣ ਆਹ ਵਾਲਾ ਵਰਡ ਜਿਹੜਾ ਆਹ ਵਾਲਾ ਸਾਈਨ ਹੈ, ਇਹਨੂੰ ਕਹਿ ਦਿੰਦੇ ਆਪਾਂ ਅਪੋਸਟ੍ਰੋਫੀ। ਕੀ ਕਹਿਣਾ ਜੀ ਇਹਨੂੰ? ਆਪਾਂ ਅਪੋਸਟ੍ਰੋਫੀ। ਤਾਂ ਸਿੰਪਲੀ ਸੈਂਟੈਂਸ ਆਪਾਂ ਕੋਈ ਵਰਡ ਲਿਖਿਆ ਉਹਦੇ ਉੱਪਰ ਜਦੋਂ ਆਹ ਵਾਲਾ ਸਾਈਨ ਹੋ ਜਾਂਦਾ ਹੈ ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਅਪੋਸਟ੍ਰੋਫੀ। ਤਾਂ ਹੁਣ ਆਪਣੇ ਕੋਲ ਇਹਦੇ ਕੁਝ ਰੂਲ ਨੇ, ਜਿਵੇਂ ਆਪਣੇ ਕੋਲ ਫਸਟ ਰੂਲ ਹੈ, apostrophe as doesn't come with a non-living things। ਤਾਂ ਤੁਸੀਂ ਕਦੇ ਵੀ non-living things ਦੇ ਨਾਲ apostrophe ਦਾ ਯੂਜ਼ ਨਹੀਂ ਕਰੋਗੇ। ਜਿਵੇਂ ਆਪਾਂ ਐਗਜ਼ਾਮਪਲ ਦਿੱਤੀ ਹੈ ਚੇਅਰਸ ਆਰ। ਹੁਣ ਚੇਅਰ ਆਪਾਂ ਨੂੰ ਪਤਾ ਹੈ ਇਹਦੇ ਕੋਈ ਐਵੇਂ ਦੀ ਸਾਹ ਨਹੀਂ ਲੈਂਦੀ ਹੈਗੀ ਚੇਅਰ, ਇਟ ਮੀਨਸ ਇਹ ਕਿ ਨॉन ਲਿਵਿंग ਹੈ। ਹੁਣ ਨॉन ਲਿਵਿंग ਹੈ ਤਾਂ ਇਹ ਕੀ ਹੋ ਗਈ ਆਪਣੇ ਕੋਲੇ ਅਪੋਸਟ੍ਰੋਫੀ ਨਹੀਂ ਲਊਗੀ, ਅਪੋਸਟ੍ਰੋਫੀ ਦਾ ਯੂਜ਼ ਨਹੀਂ ਕਰੋਗੇ। ਜੇ ਅਪੋਸਟ੍ਰੋਫੀ ਯੂਜ਼ ਨਹੀਂ ਹੋ ਰਹੀ ਤਾਂ ਤੁਸੀਂ ਕਿਹੜਾ ਵਰਡ ਯੂਜ਼ ਕਰੋਗੇ? ਤਾਂ ਉਹਦੀ ਥਾਂ ਤੇ ਵਰਡ ਯੂਜ਼ ਹੁੰਦਾ ਤੁਹਾਡਾ ਆਫ ਦਾ। ਤਾਂ ਤੁਸੀਂ ਸਿੰਪਲ ਵਰਡ ਜਿਹੜਾ ਯੂਜ਼ ਕਰਨਾ ਹੈ ਜਾਂ ਫਰੇਜ਼ ਯੂਜ਼ ਕਰਨੀ ਹੈ ਉਹ ਹੋਏਗੀ ਤੁਹਾਡੇ ਕੋਲੇ ਆਰਮ ਆਫ ਦੀ ਚੇਅਰ। ਚੇਅਰਸ ਆਰਮ ਗਲਤ ਹੈ, ਬਿਕੋਜ਼ ਨॉन ਲਿਵਿंग ਥਿੰਗਸ ਦੇ ਨਾਲ ਅਪੋਸਟ੍ਰੋਫੀ ਨਹੀਂ ਆਉਂਦੀ, ਤਾਂ ਤੁਸੀਂ ਯੂਜ਼ ਕਰੋਗੇ ਆਰਮ ਆਫ ਦੀ ਚੇਅਰ। ਇਹ ਤੁਹਾਡਾ ਜਿਹੜਾ ਹੋਊਗਾ ਸਹੀ ਫਰੇਜ਼ ਹੋਏਗਾ। ਹਾਂਜੀ, ਤਾਂ ਨੈਕਸਟ ਹੈਗਾ ਆਪਣੇ ਕੋਲੇ ਸੈਕਿੰਡ ਨੰਬਰ। ਸੈਕਿੰਡ ਨੰਬਰ ਰੂਲ ਕੀ ਕਹਿੰਦਾ ਹੈ ਕਿ ਅਪੋਸਟ੍ਰੋਫੀ ਐਸ ਕਮਸ ਇਨ ਸਰਟੇਨ ਈਡੀਅਮਸ ਔਰ ਫਰੇਜ਼ਮ। ਤਾਂ ਤੁਹਾਡੇ ਕੋਲੇ ਕੁਝ ਈਡੀਅਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਅਪੋਸਟ੍ਰੋਫੀ ਦਾ ਯੂਜ਼ ਕਰਦੇ ਨੇ। ਜਿਵੇਂ ਤੁਹਾਡੇ ਕੋਲੇ ਨੀਚੇ ਇੱਕ ਈਡੀਅਮ ਦਿੱਤਾ ਹੋਇਆ ਉਹ ਸਟੋਨਸ ਥਰੋ। ਬਹੁਤ ਸਾਰੇ ਸਟੂਡੈਂਟਸ ਨੂੰ ਇਹਦਾ ਮੀਨਿੰਗ ਪਤਾ ਹੋਣਾ, ਇਹਦਾ ਮੀਨਿੰਗ ਕੀ ਹੁੰਦਾ ਹੈ? ਇਹਦਾ ਸਿੰਪਲ ਤੁਸੀਂ ਮੀਨਿੰਗ ਕਹਿ ਰਹੇ ਹੋ ਸ਼ਾਰਟ ਡਿਸਟੈਂਸ ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਤੁਹਾਡੇ ਤੋਂ ਥੋੜੀ ਜਿਹੀ ਦੂਰੀ ਦੇ ਉੱਤੇ। ਤਾਂ ਥੋੜੀ ਜਿਹੀ ਦੂਰੀ ਦੇ ਉੱਤੇ ਹੈ ਤਾਂ ਤੁਸੀਂ ਸਿੰਪਲ ਕਹਿ ਲੈਣਾ ਸਟੋਨਸ ਥਰੋ। ਬੇਸਿਕਲੀ ਜੇ ਇਹਨੂੰ ਯਾਦ ਰੱਖਣਾ ਹੋਵੇ ਤਾਂ ਆਪਾਂ ਕਿਵੇਂ ਕਰਦੇ ਹਾਂ? ਤਾਂ ਹੁਣ ਪੱਥਰ ਸਿੱਟਣਾ ਹੈ ਤਾਂ ਪੱਥਰ ਜ਼ਿਆਦਾ ਦੂਰੀ ਤੇ ਤਾਂ ਨਹੀਂ ਜਾਊਗਾ, ਤਾਂ ਉਹਦੇ ਵਾਸਤੇ ਤੁਸੀਂ ਯੂਜ਼ ਕਰ ਲੈਣੇ ਸ਼ਾਰਟ ਡਿਸਟੈਂਸ। ਤਾਂ ਉਹ ਸਟੋਨਸ ਥਰੋ ਇੱਕ ਈਡੀਅਮ ਹੈ। ਬੇਸਿਕਲੀ ਮੀਨਿੰਗ ਕੀ ਹੈ? ਜਦੋਂ ਤੁਸੀਂ ਸ਼ਾਰਟ ਡਿਸਟੈਂਸ ਨੂੰ ਡਿਨੋਟ ਕਰਨਾ ਹੈ ਤਾਂ ਤੁਸੀਂ ਸਟੋਨਸ ਥਰੋ ਵਾਲਾ ਈਡੀਅਮ ਯੂਜ਼ ਕਰਦੇ ਹੋ। ਤਾਂ ਹੁਣ ਈਡੀਅਮ, ਹੁਣ ਸਟੋਨ ਆਪਾਂ ਨੂੰ ਪਤਾ ਹੈ ਇਹ ਵੀ ਨॉन ਲਿਵਿंग ਹੈ, ਇਹ ਵੀ ਕੀ ਹੈ? ਇੱਕ ਨॉन ਲਿਵਿंग ਨਾउन ਹੈ। ਤਾਂ ਹੁਣ नॉन ਲਿਵਿंग ਦੇ ਨਾਲ ਤਾਂ ਤੁਸੀਂ ਅਪੋਸਟ੍ਰੋਫੀ ਦਾ ਯੂਜ਼ ਕਰ ਰਹੇ ਨਹੀਂ, ਬਟ ਇੱਥੇ ਕਰ ਰਹੇ ਹੋ। ਕਿਉਂ ਕੀਤਾ? ਬਿਕੋਜ਼ ਇਹ ਇੱਕ ਈਡੀਅਮ ਦਾ ਕੰਮ ਕਰ ਰਿਹਾ ਸੀ, ਇੱਥੇ ਇਹ ਈਡੀਅਮ ਦੀ ਫਾਰਮ ਦੇ ਵਿੱਚ ਯੂਜ਼ ਕੀਤਾ ਹੋ। ਤਾਂ ਈਡੀਅਮ ਦੇ ਵਿੱਚ ਤੁਸੀਂ ਕੋਈ ਚੇਂਜਸ ਨਹੀਂ ਕਰਨੇ, ਨॉन ਲਿਵਿंग ਹੈ ਤਾਂ ਤੁਸੀਂ ਅਪੋਸਟ੍ਰੋਫੀ ਦਾ ਯੂਜ਼ ਉੱਥੇ ਕਰੋਗੇ। ਚੈੱਕ ਕਰੋਗੇ ਕਿ ਉਹ ਈਡੀਅਮ ਹੀ ਹੈ, ਜੇ ਈਡੀਅਮ ਹੈ ਫਿਰ ਉੱਥੇ ਅਪੋਸਟ੍ਰੋਫੀ ਯੂਜ਼ ਹੋ ਰਹੀ ਹੈ, ਇਟ ਮੀਨਸ ਉਹ ਸਹੀ ਹੈ। ਹਾਂਜੀ, ਤਾਂ 3 ਨੰਬਰ ਕੁਐਸਚਨ, 3 ਨੰਬਰ ਰੂਲ ਹੈ ਆਪਣਾ ਅਗੇਨ ਅਪੋਸਟ੍ਰੋਫੀ ਦੇ ਵਿੱਚ। ਤਾਂ ਅਪੋਸਟ੍ਰੋਫੀ ਕਿੱਥੇ ਲੱਗੂਗੀ, ਕਿੱਥੇ ਯੂਜ਼ ਇਹਦਾ ਨਹੀਂ ਹੋਊਗਾ। ਤਾਂ ਥਰਡ ਨੰਬਰ ਰੂਲ ਕੀ ਕਹਿੰਦਾ? ਅਪੋਸਟ੍ਰੋਫੀ ਐਸ ਕਮਸ ਵਿਦ ਹੈਵਨਲੀ ਆਬਜੈਕਟਸ। ਤਾਂ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਨਾਂ ਦੇ ਨਾਲ ਵੀ ਅਪੋਸਟ੍ਰੋਫੀ ਦਾ ਯੂਜ਼ ਹੋ ਜਾਂਦਾ। ਫੋਰ ਐਗਜ਼ਾਮਪਲ ਆਪਣੇ ਕੋਲੇ ਸਨ ਹੋ ਗਿਆ, ਸਨ, ਅਰਥ, ਮਾਰਸ, ਵੀਨਸ, ਜਿੰਨੇ ਵੀ ਆਪਣੇ ਕੋਲੇ ਕੋਈ ਗ੍ਰਹਿ ਹੋ ਗਏ ਤਾਂ ਆਪਾਂ ਉਹਨਾਂ ਦੇ ਨਾਲ ਜਿਹੜਾ ਵਰਡ ਯੂਜ਼ ਕਰ ਲੈਣਾ ਅਪੋਸਟ੍ਰੋਫੀ। ਅਪੋਸਟ੍ਰੋਫੀ ਸਿੰਪਲ ਦਾ ਯੂਜ਼ ਕੀਤਾ ਜਾ ਸਕਦਾ, ਜਿਵੇਂ ਆਪਣੇ ਕੋਲ ਹੋ ਗਿਆ ਸਨਸ ਐਟਮੋਸਫੀਅਰ, ਆਪਾਂ ਅਰਥ ਐਟਮੋਸਫੀਅਰ ਕਹਿ ਸਕਦੇ ਹਾਂ। ਤਾਂ ਇਹ ਵਾਲੀ ਸਾਰੀ ਚੀਜ਼ਾਂ, ਮਾਰਸ ਟੈਂਪਰੇਚਰ, ਤਾਂ ਉਹ ਵਾਲੀਆਂ ਚੀਜ਼ਾਂ ਕੀ ਆਪਣੇ ਕੋਲੇ ਹੈਵਨਲੀ ਆਬਜੈਕਟਸ ਨੇ। ਹੈਵਨਲੀ ਆਬਜੈਕਟਸ ਦੇ ਨਾਲ ਅਗੇਨ ਤੁਸੀਂ ਅਪੋਸਟ੍ਰੋਫੀ ਦਾ ਯੂਜ਼ ਹੈ ਜਿਹੜਾ ਕਰ ਸਕਦੇ ਹੋ। ਤੇ ਤੁਹਾਡੇ ਕੋਲੇ 4 ਨੰਬਰ ਰੂਲ, ਅਗੇਨ ਰੂਲ ਦੇ ਵਿੱਚ ਕੀ ਕਿਹਾ ਹੋਇਆ ਕਿ ਮੈਜ਼ਰਮੈਂਟ ਯੂਨਿਟਸ ਦੇ ਨਾਲ ਅਪੋਸਟ੍ਰੋਫੀ ਯੂਜ਼ ਕੀਤੀ ਜਾ ਸਕਦੀ ਹੈ। ਹੁਣ ਮੈਜ਼ਰਮੈਂਟ ਯੂਨਿਟਸ ਕੁਝ ਵੀ ਹੋ ਸਕਦੀ ਹੈ, ਜਿਵੇਂ ਮੀਟਰ ਹੋ ਗਿਆ, ਪਾਉਂਡ ਹੋ ਗਿਆ, weight ਵਗੈਰਾ ਨੂੰ ਯੂਜ਼ ਕਰਨ ਦੇ ਵਾਸਤੇ ਆਪਾਂ ਕਿਲੋਗ੍ਰਾਮ ਯੂਜ਼ ਕਰਦੇ ਹਾਂ। ਤਾਂ ਹੁਣ ਉਹ ਸਾਰੀਆਂ ਕੀ ਨੇ ਆਪਣੇ ਕੋਲੇ ਮੈਜ਼ਰਮੈਂਟ ਯੂਨਿਟਸ ਨੇ, ਤਾਂ ਤੁਸੀਂ ਉਹਨਾਂ ਦੇ ਨਾਲ
apostrophe यूज कर सकते हो। तो हम मीटर्स गैप ਇਹਦਾ ਮਤਲਬ ਕੀ ਹੈ ਇੱਥੇ ਕੋਈ ਚੀਜ਼ ਦੀ ਯੂਨਿਟ ਹੀ ਦੱਸੀ ਜਾ ਰਹੀ ਹੈ ਥੋੜੀ ਜਿਹੀ ਦੂਰੀ ਦੇ ਉੱਤੇ ਹੈ ਨਾ ਮੀਟਰ ਦੀ ਗੈਪ ਦਿੱਤੀ ਹੈ ਇਟ ਮੀਨਸ ਇਹ ਲੀਟਰ ਦੀ ਇੱਕ ਮੈਜ਼ਰਮੈਂਟ ਯੂਨਿਟ ਹੈ ਇਹਦੇ ਨਾਲ ਤੁਸੀਂ apostrophe यूज ਕੀਤੀ ਹੈ ਸਹੀ ਹੈ ਹਾਂਜੀ 4 ਨੰਬਰ ਰੂਲ ਹੋ ਗਿਆ ਹਾਂਜੀ ਤਾਂ ਅੱਗੇ ਹੈਗਾ ਤੁਹਾਡੇ ਕੋਲੇ 5 ਨੰਬਰ ਰੂਲ ਚੈੱਕ ਕਰੋ अगेन ਤੁਸੀਂ ਦੇਖਣਾ ਹੈ apostrophe ਦਾ यूज ਕਿੱਥੇ ਹੋਊਗਾ ਕਿੱਥੇ ਨਹੀਂ ਹੋਊਗਾ ਤਾਂ apostrophe as can be used in case of personification ਕੀ ਹੁੰਦਾ ਪਰਸੋਨੀਫਿਕੇਸ਼ਨ ਹਾਂਜੀ ਇਹ ਇੱਕ ਟਰਮ ਹੈ ਲਿਟਰੇਚਰ ਦੇ ਵਿੱਚ ਇਹਦਾ ਮੀਨਿੰਗ ਹੁੰਦਾ ਹੈ ਜਦੋਂ ਤੁਸੀਂ ਕਿਸੇ ਨਾਨ ਲਿਵਿੰਗ ਚੀਜ਼ ਨੂੰ ਬੇਸਿਕਲੀ ਆਪਾਂ ਨਾਨ ਲਿਵਿੰਗ ਹੀ ਕਹਿੰਦੇ ਆ ਨਾਨ ਲਿਵਿੰਗ ਚੀਜ਼ ਨੂੰ ਕੋਈ ਪਰਸਨ ਦੀ ਐਟਰੀਬਿਊਟ ਦੇ ਰਹੇ ਹੋ ਤਾਂ ਤੁਸੀਂ ਉਹਨੂੰ ਕਹਿ ਦਿੰਦੇ ਹੋ ਪਰਸੋਨੀਫਿਕੇਸ਼ਨ ਮਤਲਬ ਪਰਸਨ ਦੀ ਕੋਈ ਐਟਰੀਬਿਊਟ ਦਿੱਤੀ ਜਾ ਰਹੀ ਹੈ ਇੱਥੇ ਵਰਡ ਹੈ ਨਾ ਜਿਹੜਾ ਪਰਸਨ ਇਹ ਤੋਂ ਪਤਾ ਲੱਗ ਹੀ ਗਿਆ ਵੀ ਮਤਲਬ ਪਰਸਨ ਦੀ ਕਿਸੇ ਨੂੰ ਆਪਾਂ ਕੀ ਦੇ ਰਹੇ ਹਾਂ ਕੁਆਲੀਫਿਕੇਸ਼ਨ ਦੇ ਰਹੇ ਹਾਂ ਪਰਸਨ ਦੀ ਕੁਆਲਿਟੀ ਹੈ ਜਿਹੜੀ ਕਿਸੇ ਨਾਨ ਲਿਵਿੰਗ ਚੀਜ਼ ਨੂੰ ਦਿੱਤੀ ਜਾ ਰਹੀ ਹੈ ਤਾਂ ਤੁਸੀਂ ਉਹਨੂੰ ਕਹੋਗੇ ਪਰਸੋਨੀਫਿਕੇਸ਼ਨ ਫॉर ਐਗਜ਼ਾਮਪਲ ਨੀਚੇ ਤੁਹਾਡੇ ਕੋਲੇ ਵਰਡ ਦਿੱਤਾ ਹੋਇਆ ਡੈਥਸ ਹੈਡ ਹੁਣ ਡੈਥ ਕੀ ਹੈ ਇੱਕ ਸਟੇਟ ਹੈ ਜਦੋਂ ਬੰਦਾ ਮਰ ਜਾਂਦਾ ਆਪਾਂ ਕਹਿੰਦੇ ਹਾਂ ਉਹ ਡੈਥ ਹੋ ਗਈ ਨਾ ਉਹਦੀ ਤਾਂ ਇਹ ਇੱਕ ਸਟੇਟ ਹੈ ਲਾਈਫ ਦੀ ਇੱਕ ਸਟੇਜ ਹੈ ਤਾਂ ਤੁਸੀਂ ਇੱਥੇ ਇਹਦੇ ਹੈਡ ਹੁੰਦੇ ਆ ਨਹੀਂ ਹੁੰਦੇ ਹੈਡ ਕਿਹਦੇ ਹੁੰਦੇ ਆ ਪਰਸਨ ਦੇ ਹੁੰਦੇ ਆ ਮਤਲਬ ਪਰਸਨ ਦੀ ਕੁਆਲਿਟੀ ਹੈ ਹੈਡ ਕਿਹਦੇ ਹੁੰਦੇ ਆ ਪਰਸਨ ਦੇ ਹੁੰਦੇ ਆ ਹੈਡ ਆ ਜਿਹੜੇ ਪਰਸਨ ਦੀ ਕੁਆਲਿਟੀ ਹੈ ਬਟ ਇਹ ਯੂਜ਼ ਕਿਹਦੇ ਲਈ ਕੀਤੇ ਹੋਏ ਆ ਡੈਥ ਦੇ ਲਈ ਕੀਤੇ ਹੋਏ ਆ ਇਟ ਮੀਨਸ ਇਹ ਕਿਹੜਾ ਕੇਸ ਹੋ ਗਿਆ ਤੁਹਾਡਾ ਪਰਸੋਨੀਫਿਕੇਸ਼ਨ ਦਾ ਕੇਸ ਹੋ ਗਿਆ ਡੈਥ ਨੂੰ ਤੁਸੀਂ ਪਰਸਨ ਦੀ ਐਟਰੀਬਿਊਟ ਹੈ ਜਿਹੜੀ ਇੱਥੇ ਦਿੱਤੀ ਹੈ ਹਾਂਜੀ ਤਾਂ 6 ਨੰਬਰ ਰੂਲ ਕੀ ਕਹਿੰਦਾ ਰੂਲ ਨੰਬਰ 6 ਦੇ ਵਿੱਚ ਅਗੇਨ ਅਪੋਸਟ੍ਰੋਫੀ ਦਾ ਯੂਜ਼ ਤੁਸੀਂ ਕਿੱਥੇ ਕਰੋਗੇ ਅਪੋਸਟ੍ਰੋਫੀ ਕੈਨ ਬੀ ਯੂਜ਼ਡ with certain words like today ਦੇ ਨਾਲ apostrophe use ਕਰ ਸਕਦੇ ਹੋ ਤੇ yesterday word ਦੇ ਨਾਲ apostrophe use ਕੀਤੀ ਜਾ ਸਕਦੀ ਹੈ similarly tonight ਹੋ ਗਿਆ ਉਹਦੇ ਨਾਲ apostrophe use ਹੋ ਸਕਦੀ ਹੈ ਹਾਂਜੀ ਤੇ ਜਿਵੇਂ ਨੀਚੇ ਦਿੱਤਾ ਹੋਇਆ word today's weather ਤਾਂ ਆਪਾਂ ਕਹੀ ਵੀ ਮਿਲਣਾ today's temperature today's weather ਤਾਂ ਇੱਥੇ word ਜਿਹੜਾ ਆਪਣੇ ਕੋਲੇ today ਦੇ ਨਾਲ ਹੈ ਜਿਹੜਾ apostrophe use ਕੀਤਾ ਹੋਇਆ it means ਤੁਸੀਂ today yesterday tonight ਇਹਨਾਂ ਦੇ ਨਾਲ apostrophe ਦਾ use ਕਰ ਸਕਦੇ ਹੋ ਆਈ ਹੋਪ apostrophe ਦੇ ਰੂਲਸ ਹੈ ਜਿਹੜੇ ਪਤਾ ਲੱਗ ਗਏ ਹੋਣਗੇ ਆਪਾਂ 6 ਰੂਲ ਡਿਸਕਸ ਕੀਤੇ ਆ ਤਾਂ ਛੇਤੀ ਛੇਤੀ ਇੱਕ ਵਾਰ ਇਹਨਾਂ ਦੀ ਰਿਵੀਜ਼ਨ ਲਓ ਹਾਂਜੀ ਤਾਂ ਫਰਸਟ ਰੂਲ ਕੀ ਹੈ ਨਾਨ ਲਿਵਿੰਗ ਚੀਜ਼ਾਂ ਦੇ ਨਾਲ apostrophe ਯੂਜ਼ ਨਹੀਂ ਹੋਏਗੀ ਸੈਕੰਡ ਆਪਾਂ ਕੀਤਾ ਹੈ ਕਿ ਇਡੀਅਮ ਫਰੇਜ਼ਸ ਦੇ ਨਾਲ apostrophe ਆ ਸਕਦੀ ਹੈ ਥਰਡ ਕੀ ਕੀਤਾ apostrophe ਦਾ ਯੂਜ਼ ਹੈਵਨਲੀ ਆਬਜੈਕਟਸ ਦੇ ਨਾਲ ਕੀਤਾ ਜਾ ਸਕਦਾ ਹੈ ਫੋਰਥ ਰੂਲ ਹੈ ਕਿ ਮੈਜ਼ਰਮੈਂਟ ਯੂਨਿਟਸ ਦੇ ਨਾਲ ਤੁਸੀਂ apostrophe ਯੂਜ਼ ਕਰ ਸਕਦੇ ਹੋ 5 ਨੰਬਰ ਰੂਲ ਕਹਿੰਦਾ ਹੈ ਕਿ ਪਰਸੋਨੀਫਿਕੇਸ਼ਨ ਦੇ ਕੇਸ ਦੇ ਵਿੱਚ apostrophe ਦਾ ਯੂਜ਼ ਹੋ ਸਕਦਾ ਹੈ 6 ਨੰਬਰ ਰੂਲ ਦੇ ਵਿੱਚ ਤੁਹਾਨੂੰ ਟੂਡੇ ਤੇ ਯੈਸਟਰਡੇ ਟੂਨਾਈਟ ਇਹੋ ਜਿਹੇ ਵਰਡ ਹੁੰਦੇ ਆ ਤਾਂ ਉਹਨਾਂ ਦੇ ਨਾਲ apostrophe ਯੂਜ਼ ਹੈ ਜਿਹੜੀ ਉਹ ਹੋ ਸਕਦੀ ਹੈ ਹਾਂਜੀ ਹੁਣ apostrophe ਦੇ ਯੂਜ਼ ਨਾਲ ਰਿਲੇਟਡ ਆਪਾਂ ਕਰਾਂਗੇ ਕੁਐਸਚਨ ਹਾਂਜੀ ਤਾਂ ਕੁਐਸਚਨ ਤੁਹਾਡੀ ਸਕਰੀਨ ਦੇ ਉੱਤੇ ਹੈ 5 ਨੰਬਰ ਕੁਐਸਚਨ ਚੈੱਕ ਕਰੋ The cup space was rounded ਤਾਂ ਤੁਸੀਂ ਚੈੱਕ ਕਰੋਗੇ apostrophe ਇੱਥੇ apostrophe ਦਾ ਯੂਜ਼ ਹੋਇਆ ਤਾਂ apostrophe ਵਾਲੇ ਰੂਲ ਰਿਵਾਈਜ਼ ਕਰੋ cup space ਵਰਡ ਯੂਜ਼ ਕੀਤਾ ਹੋਇਆ ਤਾਂ ਕੱਪ ਕੀ ਆਪਣੇ ਕੋਲੇ ਨਾਨ ਮਤਲਬ ਕਿ ਆਪਣੇ ਕੋਲੇ ਫਰਸਟ ਵਾਲਾ ਰੂਲ ਆ ਗਿਆ ਨਾਨ ਲਿਵਿੰਗ ਚੀਜ਼ਾਂ ਦੇ ਨਾਲ ਤੁਸੀਂ ਯੂਜ਼ ਨਹੀਂ ਕਰਦੇ apostrophe ਦਾ ਕਿੱਥੇ ਕੀਤਾ ਜਾ ਸਕਦਾ ਜੇ ਇਹ ਇਡੀਅਮ ਦੇ ਵਿੱਚ ਯੂਜ਼ ਕੀਤਾ ਫਿਰ ਤੁਸੀਂ ਇੱਥੇ apostrophe ਯੂਜ਼ ਕਰ ਸਕਦੇ ਸੀ ਬਟ ਇਹ ਕੀ ਆ ਕੱਪ ਬੇਸ ਸਿੰਪਲ ਕੱਪ ਦੀ ਇੱਕ ਬੇਸ ਦੀ ਗੱਲ ਕੀਤੀ ਜਾ ਰਹੀ ਹੈ ਕੋਈ ਇਡੀਅਮ ਨਹੀਂ ਹੈਗਾ ਇਟ ਮੀਨਸ ਇੱਥੇ ਤੁਸੀਂ apostrophe ਦਾ ਯੂਜ਼ ਨਹੀਂ ਕਰੋਗੇ ਤਾਂ ਕੀ ਯੂਜ਼ ਕਰੋਗੇ ਜਿਵੇਂ ਆਪਾਂ ਆਰਮਸ ਚੇਅਰ ਕੀਤਾ ਸੀ ਆਰਮਸ ਚੇਅਰ ਕੀਤਾ ਸੀ ਤਾਂ ਉੱਥੇ ਚੇਅਰ ਆਫ ਦਾ ਆਰਮ ਕੀਤਾ ਸੀ ਉਹ ਵੀ ਸੇਮ ਕੱਪਸ ਬੇਸ ਨਹੀਂ ਹੋਏਗਾ ਕੀ ਹੋਏਗਾ ਤੁਹਾਡੇ ਕੋਲੇ ਬੇਸ ਆਫ ਦੀ ਕੱਪ ਬੀ ਪਾਰਟ ਦੇ ਵਿੱਚ ਐਰਰ ਹੈ ਕਰੈਕਸ਼ਨ ਕੀ ਹੈ ਤਾਂ ਤੁਸੀਂ ਯੂਜ਼ ਕਰੋਗੇ ਸੈਂਟੈਂਸ ਦੇ ਵਿੱਚ ਬੇਸ ਆਫ ਦੀ ਕੱਪ ਦਾ ਬੇਸ ਆਫ ਦੀ ਕੱਪ ਵਾਸ ਰਾਉਂਡਡ ਕਲੀਅਰ ਹੈ ਆਈ ਥਿੰਕ ਤੁਹਾਡਾ ਇਹ ਕੁਐਸਚਨ ਹੈ ਜਿਹੜਾ ਹੋ ਗਿਆ ਹੋਵੇਗਾ ਹਾਂਜੀ ਨੰਬਰ 6 ਕੁਐਸਚਨ ਦੇਖੋ the someone did not present the project in today's meeting ਹਾਂਜੀ ਤਾਂ ਅਗੇਨ ਤੁਹਾਡੇ ਕੋਲੇ ਵਰਡ ਆ ਗਿਆ ਟੁਡੇ ਤਾਂ ਟੁਡੇ ਦੇ ਨਾਲ ਅਪੋਸਟ੍ਰੋਫੀ ਯੂਜ਼ ਕੀਤੀ ਹੋਈ ਹੈ ਕੀ ਇਹ ਸਹੀ ਹੈ ਤਾਂ ਇਹ ਆਪਾਂ ਲਾਸਟ ਰੂਲ ਕੀਤਾ ਆਪਣਾ ਤਾਂ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਆਪਾਂ ਟੁਡੇ ਯੈਸਟਰਡੇ ਟੂਨਾਈਟ ਦੇ ਨਾਲ ਅਪੋਸਟ੍ਰੋਫੀ ਯੂਜ਼ ਕਰ ਸਕਦੇ ਹਾਂ ਇਟ ਮੀਨਸ ਇਹ ਸਹੀ ਹੈ ਤਾਂ ਅੱਗੇ ਵਾਲੇ ਸੈਂਟੈਂਸ ਦੇ ਵਿੱਚ ਕੋਈ ਐਰਰ ਨਹੀਂ ਤਾਂ ਤੁਸੀਂ ਚੈੱਕ ਕਰੋਗੇ ਇਹਦੇ ਵਿੱਚ ਕੋਈ ਐਰਰ ਨਹੀਂ ਸੋ ਡੀ ਇਹਦਾ ਆਨਸਰ ਹੋਏਗਾ ਨੋ ਐਰਰ ਹਾਂਜੀ ਤਾਂ ਨੈਕਸਟ ਹੈਗਾ ਤੁਹਾਡੇ ਕੋਲ 7 ਨੰਬਰ ਕੁਐਸਚਨ ਲੈਟਸ ਡਿਸਕਸ ਤਾਂ ਇਹਦੇ ਵਿੱਚ ਕੀ ਚੀਜ਼ ਹੈ ਅਗੇਨ ਤੁਸੀਂ ਚੈੱਕ ਕਰੋ his house is at a stone's throw from my hotel ਤਾਂ his house is at a stone's throw ਅਗੇਨ apostrophe ਯੂਜ਼ ਕੀਤੀ ਹੋਈ ਹੈ ਸਟੋਨ ਦੇ ਨਾਲ ਇਹ ਇੱਕ ਨਾਨ ਲਿਵਿੰਗ ਹੈ ਹੁਣ ਦੱਸੋ ਤੁਸੀਂ ਇੱਥੇ apostrophe ਯੂਜ਼ ਹੋਣੀ ਚਾਹੀਦੀ ਹੈ ਕਿ ਨਹੀਂ ਤਾਂ ਹੁਣ ਇੱਥੇ apostrophe ਯੂਜ਼ ਕੀਤੀ ਹੋਈ ਹੈ ਇਹ ਸਹੀ ਹੈ ਕਿਉਂ ਸਹੀ ਹੈ ਕਿਉਂਕਿ ਇਹ ਇੱਕ idiom ਹੈ ਆਪਾਂ ਪਿੱਛੇ ਡਿਸਕਸ ਕੀਤਾ ਹੀ ਇਹਦਾ ਮੀਨਿੰਗ ਕੀ ਹੁੰਦਾ ਹੈ ਸ਼ਾਰਟ ਡਿਸਟੈਂਸ ਦੇ ਲਈ ਤੁਸੀਂ ਯੂਜ਼ ਕਰ ਲੈਂਦੇ ਹੋ ਸਟੋਨਸ ਥਰੋ ਤਾਂ ਹਿਸ ਹਾਊਸ ਇਜ਼ ਐਟ ਸਟੋਨਸ ਥਰੋ ਫਰਮ ਮਾਈ ਹੋਟਲ ਮਤਲਬ ਮੇਰੇ ਹੋਟਲ ਤੋਂ ਉਹਦਾ ਘਰ ਹੈ ਜਿਹੜਾ ਬਹੁਤ ਥੋੜੀ ਦੂਰੀ ਦੇ ਉੱਤੇ ਹੈ ਤਾਂ ਉਹਦੇ ਵਾਸਤੇ ਈਡੀਅਮ ਯੂਜ਼ ਕੀਤਾ ਸਟੋਨਸ ਥਰੋ ਤਾਂ ਇੱਥੇ ਕੋਈ ਐਰਰ ਨਹੀਂ ਡੀ ਪਾਰਟ ਹੈ ਜਿਹੜਾ ਤੁਹਾਡਾ ਆਨਸਰ ਆ ਜਾਏਗਾ ਡੀ ਨੋ ਐਰਰ ਅੱਗੇ 8 ਨੰਬਰ ਦੇ ਵਿੱਚ ਕੀ ਐਰਰ ਹੈ the man did not like his sons in law new car ਹਾਂਜੀ ਤਾਂ ਹੁਣ ਆਪਾਂ ਕੁਝ ਕੀਤਾ ਸੀ ਪਿੱਛੇ ਕੁਝ ਕੰਪਾਊਂਡ ਨਾउन ਕੀਤੇ ਸੀ ਕੀ ਕੰਪਾਊਂਡ ਨਾउन ਕੀਤੇ ਸੀ ਜਿਵੇਂ ਸਨ ਇਨ ਲॉ ਇਹਦਾ ਆਪਾਂ ਪਲੂਰਲ ਫਾਰਮ ਬਣਾਇਆ ਸੀ ਕੀ ਬਣਾਇਆ ਸੀ ਸਨਸ
in law। ਇਹ ਕੀ ਹੋਇਆ ਸੀ, ਸਿੰਗੂਲਰ ਟੂ ਪਲੂਰਲ ਫਾਰਮ ਦੇ ਵਿੱਚ ਯੂਜ਼ ਕਰਨ ਦੇ ਲਈ ਆਪਾਂ ਇਹ ਚੀਜ਼ ਯੂਜ਼ ਕੀਤੀ ਸੀ, ਸਿੰਗੂਲਰ ਤੇ ਪਲੂਰਲ ਫਾਰਮ ਚ ਨਾਉਨ ਦੀ। ਬਟ ਜੇ ਤੁਹਾਡੇ ਕੋਲ ਯੂਜ਼ ਕੀਤਾ ਜਾ ਰਿਹਾ ਸਨ ਇਨ ਲਾਅ ਨੂੰ ਪੋਜੈਸ਼ਨ ਦੇ ਕੇਸ ਦੇ ਵਿੱਚ, ਜੇ ਆਪਾਂ ਸਨ ਇਨ ਲਾਅ ਨੂੰ ਯੂਜ਼ ਕਰ ਰਹੇ ਹਾਂ, ਆਪਾਂ ਇੱਧਰ ਦੇਖਦੇ ਹਾਂ ਪੋਜੈਸ਼ਨ ਦੇ ਕੇਸ ਦੇ ਵਿੱਚ, ਮਤਲਬ ਕਿਸੇ ਚੀਜ਼ ਦੇ ਉੱਤੇ ਇਹਦਾ ਪੋਜੈਸ਼ਨ ਦਿਖਾਇਆ ਜਾ ਰਿਹਾ, ਕਬਜ਼ਾ ਦਿਖਾਇਆ ਜਾ ਰਿਹਾ, ਤਾਂ ਤੁਸੀਂ ਯੂਜ਼ ਕਰੋਗੇ ਲਾਅ ਦੇ ਨਾਲ ਸਨ ਇਨ ਲਾਅ। ਇੱਥੇ ਤੁਹਾਡੇ ਕੋਲੇ ਆਹ ਵਾਲਾ ਜਿਹੜਾ ਆਪਣੇ ਕੋਲੇ ਫਰੇਜ਼ ਬਣੇਗਾ, ਸਨਸ ਇਨ ਲਾਅ ਹੋਏਗਾ ਜਦੋਂ ਤੁਹਾਡੇ ਕੋਲੇ ਸਿੰਗੂਲਰ ਟੂ ਪਲੂਰਲ ਫਾਰਮ ਚ ਯੂਜ਼ ਕੀਤਾ ਜਾ ਰਿਹਾ, ਬਟ ਜੇ ਸਨ ਇਨ ਲਾਅ ਜਾਂ ਬ੍ਰਦਰ ਇਨ ਲਾਅ, ਮਦਰ ਇਨ ਲਾਅ, ਸੇਮਲੀ ਸਾਰੇ ਕੰਪਾਊਂਡ ਨਾਮ ਜਿਹੜੇ ਆਪਾਂ ਲਿਸਟ 'ਚ ਡਿਸਕਸ ਕੀਤੇ ਹੈ, ਜੇ ਉਹਨਾਂ ਨੂੰ ਪੋਜੈਸ਼ਨ ਦੇ ਫਾਰਮ ਦੇ ਵਿੱਚ ਯੂਜ਼ ਕਰ ਰਹੇ ਆ, ਮਤਲਬ ਕਿਸੇ ਚੀਜ਼ ਦੇ ਉੱਤੇ ਉਹਨਾਂ ਦਾ ਕਬਜ਼ਾ ਦਿਖਾਉਣ ਦੇ ਲਈ ਯੂਜ਼ ਕੀਤਾ ਜਾ ਰਿਹਾ, ਤਾਂ ਤੁਸੀਂ ਲਾਅ ਦੇ ਨਾਲ ਜਿਹੜਾ ਐਕਸ ਯੂਜ਼ ਕਰੋਗੇ, ਅਪੋਸਟ੍ਰੋਫੀ ਐਕਸ ਯੂਜ਼ ਕਰੋਗੇ। ਤਾਂ ਇੱਥੇ ਤੁਹਾਡੇ ਕੋਲੇ ਦੇਖੋ, ਦਾ ਮੈਨ ਡਿਡ ਨਾਟ ਲਾਈਕ ਹਿਸ ਸਨਸ ਇਨ ਲਾਅ ਨਿਊ ਕਾਰ। ਹੁਣ ਇੱਥੇ ਨਾ ਤਾਂ ਸਿੰਗੂਲਰ ਫਾਰਮ ਯੂਜ਼ ਕੀਤੀ ਹੈ, ਨਾ ਹੀ ਪਲੂਰਲ ਫਾਰਮ ਯੂਜ਼ ਕੀਤੀ ਹੈ। ਇੱਥੇ ਦਿਖਾਇਆ ਹੋਇਆ ਕਾਰ ਦੇ ਉੱਤੇ ਉਹਨਾਂ ਦਾ ਪੋਜੈਸ਼ਨ, ਵੀ ਮੈਨ ਨੂੰ ਉਹਦੇ ਸਨ ਇਨ ਲਾਅ ਦੀ ਜਿਹੜੀ ਕਾਰ ਸੀ ਨਵੀਂ ਉਹ ਪਸੰਦ ਨਹੀਂ ਆਈ। ਇੱਥੇ ਕਾਰ ਦਾ ਪੋਜੈਸ਼ਨ ਦਿਖਾਇਆ ਜਾ ਰਿਹਾ, ਕਿਹਨੇ ਕੌਣ ਹੈ ਜਿਹੜਾ ਪੋਜੈਸ਼ਨ ਕਰ ਰਿਹਾ, ਉਹ ਸਨ ਇਨ ਲਾਅ, ਕਿਉਂਕਿ ਸਨ ਇਨ ਲਾਅ ਦੀ ਕਾਰ ਹੈ। ਇਹਦੇ ਵਿੱਚ ਤੁਸੀਂ ਸਨਸ ਦੇ ਨਾਲ ਯੂਜ਼ ਨਹੀਂ ਕਰੋਗੇ, ਯੂਜ਼ ਕਰੋਗੇ ਲਾਅ ਦੇ ਨਾਲ ਅਪੋਸਟ੍ਰੋਫੀ ਐਸ ਦਾ। ਸੀ ਪਾਰਟ ਦੇ ਵਿੱਚ ਐਰਰ ਹੈ, ਯੂਜ਼ ਕੀ ਹੋਇਆ ਤੁਹਾਡੇ ਕੋਲ ਇਹ ਵਾਲੀ ਸਟਰਕਚਰ, ਸਨ ਇਨ ਲਾਅ। आई थिंक क्लियर होगा 8 नंबर। हाँ जी, तो 9 नंबर क्वेश्चन। क्वेश्चन देखो, the earth's atmosphere comprises many gases। ਤਾਂ ਹੁਣ ਇੱਥੇ ਤੁਹਾਡੇ ਕੋਲੇ ਹੈਵਨਲੀ ਆਬਜੈਕਟ ਯੂਜ਼ ਕੀਤਾ ਹੋਇਆ, ਆਪਾਂ ਕਨਸੈਪਟ ਡਿਸਕਸ ਕੀਤਾ ਕਿ ਹੈਵਨਲੀ ਆਬਜੈਕਟ ਦੇ ਨਾਲ ਆਪਾਂ ਅਪੋਸਟ੍ਰੋਫੀ ਯੂਜ਼ ਕਰ ਸਕਦੇ ਹਾਂ। ਹੁਣ ਇੱਥੇ ਤੁਹਾਡੇ ਕੋਲੇ ਅਰਥ ਦੇ ਨਾਲ ਅਪੋਸਟ੍ਰੋਫੀ ਯੂਜ਼ ਕੀਤੀ ਹੋਈ ਹੈ, ਬਿਕੋਜ਼ ਇਹ ਹੈਵਨਲੀ ਆਬਜੈਕਟ ਹੈ ਤਾਂ ਇਹਦੇ ਨਾਲ ਅਪੋਸਟ੍ਰੋਫੀ ਯੂਜ਼ ਕਰ ਸਕਦੇ ਹਾਂ, ਤਾਂ ਤੁਹਾਡੇ ਕੋਲੇ ਐਰਰ ਨਹੀਂ ਹੈ। ਤਾਂ ਦ ਅਰਥ ਕੰਪਰਾਈਜ਼ਸ the earth's atmosphere comprises many gases। ਤਾਂ ਇਹਦੇ ਵਿੱਚ ਆਨਸਰ ਆਏਗਾ ਤੁਹਾਡਾ ਡੀ, ਨੋ error। Again 10 number question है, Raman and Suman's father know each other। हाँ जी, तो 10 number question है ਤੁਹਾਡਾ homework। ਹੋਮਵਰਕ ਇਹ ਤੁਸੀਂ ਕਰਨਾ ਹੈ ਆਪਣੇ ਆਪ, ਦੱਸਣਾ ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ, ਜਾਂ ਫਿਰ ਆਪਾਂ ਨੈਕਸਟ ਕਲਾਸ ਜਦੋਂ ਕਰਾਂਗੇ ਉਹਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਆਨਸਰ ਹੈ ਉਹ ਮੈਂ ਇੱਕ ਵਾਰ ਰਿਪੀਟ ਕਰ ਦਾਂਗੀ, ਤੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹਦਾ ਆਨਸਰ ਹੈ ਜਿਹੜਾ ਮਿਲ ਜਾਏਗਾ। ਹਾਂਜੀ, ਤਾਂ ਟਰਾਈ ਕਰਨਾ ਸੋਲਵ ਕਰਨ ਦਾ, ਇੱਕ ਵਾਰ ਮੈਂ ਤੇ ਡਿਕਲੇਅਰ ਕਰਦਾ। ਤਾਂ ਰਮਨ ਐਂਡ ਸੁਮਨਸ ਫਾਦਰ ਨੋ ਈਚ ਅਦਰ ਵੈਰੀ ਵੈਲ। ਤੇ ਡੀ ਪਾਰਟ ਹੈ ਤੁਹਾਡੇ ਕੋਲੇ ਅਗੇਨ ਨੋ ਐਰਰ ਦਾ। 10 ਨੰਬਰ ਕੁਐਸਚਨ ਤੁਹਾਡਾ ਹੋਮਵਰਕ ਹੈ। ਅੱਗੇ 11 ਨੰਬਰ ਕੁਐਸਚਨ, ਅਗੇਨ ਇਹ ਵੀ ਤੁਹਾਡਾ ਹੋਮਵਰਕ ਹੈ। ਤੇ 12 ਨੰਬਰ ਕੁਐਸਚਨ ਇਹ ਵੀ ਤੁਹਾਡਾ ਹੋਮਵਰਕ ਹੈ। ਹਾਂਜੀ, ਤਾਂ 3 ਕੁਐਸਚਨ ਹੈ ਤੁਹਾਡੇ ਕੋਲੇ ਹੋਮਵਰਕ ਦੇ ਵਿੱਚ। ਤਿੰਨੋਂ ਕੁਐਸਚਨ ਜਿਹੜੇ ਤੁਸੀਂ ਕੱਲ ਜਿਹੜੀ ਆਪਣੀ ਨੈਕਸਟ ਕਲਾਸ ਹੋਏਗੀ ਆਪਾਂ ਉਹਦੇ ਵਿੱਚ ਡਿਸਕਸ ਕਰਦੇ ਹਾਂ, ਤਾਂ ਇਹਨਾਂ ਨੂੰ ਤੁਸੀਂ ਜਿਹੜਾ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਜੇ ਕਨਸੈਪਟ ਤੁਹਾਨੂੰ ਨਾ ਸਮਝ ਆਏ ਹੋਏ ਤਾਂ ਕੋਸ਼ਿਸ਼ ਕਰਿਓ ਇੱਕ ਵਾਰ ਕਲਾਸ ਨੂੰ ਦੁਬਾਰਾ ਰਿਪੀਟ ਕਰਨ ਦੀ, ਕਿਉਂਕਿ ਆਪਾਂ ਬਹੁਤ ਬੇਸਿਕ ਤਰੀਕੇ ਨਾਲ ਜਿਹੜਾ ਇਹਨਾਂ ਨੂੰ ਡਿਸਕਸ ਕੀਤਾ ਹੈ। ਹਾਂਜੀ, ਤੇ ਜੇ ਕਿਸੇ ਨੂੰ ਡਾਊਟ ਹੋਇਆ ਤਾਂ ਪਲੀਜ਼ ਜਿਹੜੇ ਆਪਣੇ ਡਾਊਟ ਹੈ ਉਹ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ, ਤਾਂ ਤੁਹਾਡੇ ਡਾਊਟ ਹੈ ਜਿਹੜੇ ਕਲੀਅਰ ਕੀਤੇ ਜਾਣਗੇ। ਤਾਂ ਇਹ ਸੀ ਅੱਜ ਦੀ ਕਲਾਸ ਆਪਣੀ। ਹਾਂਜੀ, ਜਿਹੜਾ ਤੁਹਾਨੂੰ ਹੋਮਵਰਕ ਮਿਲਿਆ ਉਹਨੂੰ ਚੰਗੀ ਤਰ੍ਹਾਂ ਕਰ ਲੈਣਾ। 3 ਕੁਐਸਚਨ ਨੇ, 3 ਕੁਐਸਚਨ ਦੇ ਆਨਸਰ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਆ ਜਾਣੇ ਚਾਹੀਦੇ ਆ। ਤਾਂ ਅੱਜ ਦੀ ਕਲਾਸ ਇਹੀ ਸੀ। ਤਾਂ ਥੈਂਕ ਯੂ ਸੋ ਮਚ ਜਿਨ੍ਹਾਂ ਨੇ ਕਲਾਸ ਅਟੈਂਡ ਕੀਤੀ। ਤਾਂ ਲਾਈਕ ਚੈਨਲ ਨੂੰ, ਸਬਸਕ੍ਰਾਈਬ, ਤੇ ਜਿਹੜਾ ਹੈਗਾ ਜੇ ਕਲਾਸ ਵਧੀਆ ਲੱਗੀ